ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹਉ ਰੰਗ ਰਾਤਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਵਿਟਹੁ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਾਲਾ ਮਹੱਲਾ ਪੰਜਵਾ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ। ਸਤਿਗੁਰ ਸ਼ਬਦ ਸਮਾਇਆ। ਪਾਇਆ ਲਾਲ ਰਤਨ ਮਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਸ਼੍ਰੀ ਮੁਖ ਵਾਕ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 215 ਤੱਕ ਪਹੁੰਚੀ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰੇ ਹੋਏ ਸ਼ਬਦ ਜੋ ਗੌੜੀ ਰਾਗ ਵਿੱਚ ਹਨ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਆਓ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਗੌੜੀ ਮਾਲਾ ਮਹੱਲਾ ਪੰਜਵਾ। ਗੌੜੀ ਰਾਗਣੀ ਹੈ, ਮਾਲਾ ਇਹਦੀ ਜਾਤੀ ਹੈ ਤੇ ਇਸ ਦੇ ਅੰਦਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਮੁਬਾਰਕ ਬਚਨ ਹਨ। ਹਜ਼ੂਰ ਕਹਿੰਦੇ ਨੇ, ਪਾਇਆ ਲਾਲ ਰਤਨ ਮਨ ਪਾਇਆ। ਇਹ ਭਾਈ, ਜੋ ਲਾਲ ਪਿਆਰਾ ਹੈ ਵਾਹਿਗੁਰੂ, ਰਤਨ ਵਰਗਾ ਅਮੋਲਕ ਹੈ ਜੋ ਵਾਹਿਗੁਰੂ, ਅਸੀਂ ਆਪਣੇ ਮਨ ਦੇ ਅੰਦਰ ਉਸ ਵਾਹਿਗੁਰੂ ਨੂੰ ਪਾ ਲਿਆ ਹੈ। ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਜੋ ਹਰ ਥਾਂ ਹਰ ਹਿਰਦੇ ਵਿੱਚ ਸਮਾਇਆ ਹੋਇਆ ਵਸਦਾ ਸੀ, ਪਰ ਪ੍ਰਾਪਤੀ ਨਹੀਂ ਸੀ। ਹੁਣ ਉਸ ਵਾਹਿਗੁਰੂ ਦੀ ਅਸੀਂ ਪ੍ਰਾਪਤੀ ਕਰ ਲਈ ਹੈ, ਜਿਸ ਦੀ ਪ੍ਰਾਪਤੀ ਵਾਸਤੇ ਕੋਈ ਧਨ ਦੌਲਤ, ਕੋਈ ਸੋਨਾ ਚਾਂਦੀ ਦੇ ਕੇ ਨਹੀਂ ਪ੍ਰਾਪਤੀ ਹੁੰਦੀ, ਕਿਉਂਕਿ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ। ਵਾਹਿਗੁਰੂ ਆਪਣੀ ਬਖਸ਼ਿਸ਼ ਨਾਲ, ਸਤਿਗੁਰਾਂ ਦੀ ਰਹਿਮਤ ਨਾਲ ਹੀ ਪ੍ਰਾਪਤ ਹੁੰਦਾ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਲੀਨ ਹੋ ਗਏ। ਸਤਿਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਵਿੱਚ ਸਮਾਈ ਹੋਈ ਹੈ। ਸਤਿਗੁਰੂ ਦੇ ਸ਼ਬਦ ਵਿੱਚ ਬਿਰਤੀ ਸੁਰਤੀ ਸਮਾ ਗਈ ਹੈ। ਇਸ ਕਰਕੇ ਤਨ ਵੀ, ਇੰਦਰੇ ਭਾਵ ਅੱਖਾਂ, ਨਾਸਾਂ, ਕੰਨ, ਜੇਵਾ, ਇਹ ਸਾਰੇ ਇੰਦਰੇ ਵੀ, ਤਨ ਮਾਤਰ ਜਿਹੜੇ ਇੰਦਰੇ ਹਨ, ਸਾਰਾ ਤਨ ਵੀ ਸੀਤਲ ਹੈ ਔਰ ਮਨ ਵੀ ਸੀਤਲ। ਛਾਤੀ ਸੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ। ਮਨ ਸੀਤਲ ਠੰਡਾ ਠਾਰ ਭਾਵ ਕੇ ਸ਼ਾਂਤ ਹੋ ਗਿਆ ਹੈ। ਰਹਾਓ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ। ਸਾਰੀ ਤਰ੍ਹਾਂ ਦੀ ਜਿਹੜੀ ਭੁੱਖ ਸੀ ਉਹ ਲੱਥ ਗਈ ਹੈ, ਭੁੱਖ ਮਿਟ ਗਈ ਹੈ। ਤ੍ਰਿਸ਼ਨਾ ਜਿਹੜੀ ਤ੍ਰੇਹ ਸੀ ਉਹ ਵੀ ਸਾਰੀ ਲੱਥ ਗਈ, ਮਿਟ ਗਈ ਹੈ।
ਭਾਵ ਕਿਸੇ ਪ੍ਰਕਾਰ ਦੀ ਮਨ ਅੰਦਰ ਦੌੜ ਭੱਜ, ਕਿਸੇ ਪ੍ਰਾਪਤੀ ਦੀ ਤ੍ਰਿਸ਼ਨਾ, ਕੋਈ ਹੋਰ ਪਦਾਰਥਾਂ ਦੀ ਇੱਛਾ, ਇਹ ਕੋਈ ਨਹੀਂ ਰਹਿ ਗਈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਭੁੱਖਾਂ ਵੀ ਲੱਥ ਗਈਆਂ ਹਨ, ਤ੍ਰਿਸ਼ਨਾ ਵੀ ਲੱਥ ਗਈ ਹੈ। ਹਰ ਤਰ੍ਹਾਂ ਦੀ ਜੋ ਚਿੰਤਾ ਹੈ, ਫਿਕਰ ਸੋਗ ਚਿੰਤਾ, ਜੋ ਬਹੁਤ ਦੁਖਦਾਈ ਚੀਜ਼ ਹੈ ਚਿੰਤਾ, ਇਹ ਸਭ ਤਰ੍ਹਾਂ ਦੀ ਚਿੰਤਾ ਅਸੀਂ ਵਿਸਾਰ ਦਿੱਤੀ ਹੈ। ਪਰ ਤਾਂ ਇਹ ਸੰਭਵ ਹੋਇਆ, ਕਰ ਮਸਤਕ ਗੁਰ ਪੂਰਾ ਧਰਿਓ, ਮਨ ਜੀਤੋ ਜਗ ਸਾਰੀ। ਕਰ ਨਾਮ ਹੱਥ ਦਾ ਹੈ, ਰਾਰੇ ਨੂੰ ਔਂਕੜ ਹੈ। ਸਤਿਗੁਰੂ ਮਹਾਰਾਜ ਜੀ ਨੇ, ਪੂਰੇ ਸਤਿਗੁਰੂ ਨੇ ਸਾਡੇ ਮਸਤਕ 'ਤੇ ਆਪਣਾ ਕਿਰਪਾ ਰੂਪੀ ਹੱਥ ਰੱਖਿਆ। ਅੰਤਸ਼ਕਰਨ ਰੂਪੀ ਮੱਥੇ 'ਤੇ ਸਤਿਗੁਰਾਂ ਨੇ ਕਿਰਪਾ ਰੂਪੀ ਹੱਥ ਰੱਖ ਦਿੱਤਾ। ਮਨ ਜੀਤੋ ਜਗ ਸਾਰੀ, ਅਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਮਨ ਜਿੱਤਿਆ ਗਿਆ। ਮਨ ਜਿੱਤਣ ਕਰਕੇ ਜਗਤ ਦੀ ਸਾਰੀ ਜੋ ਲੁਕਾਈ ਹੈ ਸ੍ਰਿਸ਼ਟੀ ਹੈ, ਇਹ ਸਾਰੀ ਜਿੱਤੀ ਗਈ। ਸਾਰਾ ਜਗਤ ਹੀ ਅਸੀਂ ਜਿੱਤ ਲਿਆ ਹੈ। ਜਗਤ ਵਿੱਚ ਕੋਈ ਪਿੱਛੇ ਨਹੀਂ ਰਹਿ ਗਿਆ, ਸਾਰੇ ਸਾਡੇ ਅਧੀਨ ਹੋ ਗਏ। ਮਨ ਜੂ ਜਿੱਤਿਆ ਗਿਆ, ਅਤੇ ਇਸ ਵਾਸਤੇ ਹੋਰ ਹੁਣ ਕਿਸੇ ਨੂੰ ਜਿੱਤਣ ਦੀ ਇੱਛਾ ਹੀ ਨਹੀਂ ਰਹਿ ਗਈ। ਜਿਵੇਂ ਜਪਜੀ ਸਾਹਿਬ ਵਿੱਚ ਬਚਨ ਕੀਤਾ ਹੈ, ਮਨ ਜੀਤੈ ਜਗ ਜੀਤ। ਮਨ ਜਿੱਤਣ ਨਾਲ ਹੀ ਜਗਤ ਜਿੱਤਿਆ ਜਾਂਦਾ। ਸੋ ਮਨ ਨੂੰ ਸੰਤੋਖ ਲਿਆ ਹੈ, ਜਿੱਤ ਲਿਆ, ਕਾਬੂ ਕਰ ਲਿਆ, ਇਸ ਕਰਕੇ ਸਾਰਾ ਜਗਤ ਜਿੱਤ ਲਿਆ ਹੈ। ਤ੍ਰਿਪਤ ਆਗਾਏ ਰਹੇ ਰਿਦ ਅੰਤਰ, ਡੋਲਣ ਤੇ ਅਬ ਚੂਕੇ। ਹਿਰਦੇ ਦੇ ਅੰਦਰੋਂ ਸਾਡੇ ਤ੍ਰਿਪਤੀ ਹੋ ਗਈ ਹੈ, ਭਾਵ ਕਿ ਹਰ ਤਰ੍ਹਾਂ ਦਾ ਜਿਹੜਾ ਲਗਾਓ ਹੈ ਸੰਸਾਰ ਦੀ ਕਿਸੇ ਵਸਤੂ ਨਾਲ, ਉਹ ਖਤਮ ਹੋ ਗਿਆ। ਮਨ ਅੰਦਰ ਕੋਈ ਵਾਸ਼ਨਾ ਨਹੀਂ ਰਹਿ ਗਈ, ਅਤੇ ਅਗਾਏ ਰੱਜ ਚੁੱਕੇ ਹਾਂ। ਚੰਗੀ ਤਰ੍ਹਾਂ ਮਾਨਸਿਕ ਤੌਰ 'ਤੇ ਤ੍ਰਿਪਤੀ ਹੋਈ ਹੈ, ਔਰ ਇੰਦਰੀਆਂ ਕਰਕੇ ਵੀ ਅਗਾਏ ਰੱਜ ਚੁੱਕੇ ਹਾਂ ਆਪਣੇ ਹਿਰਦੇ ਅੰਦਰ। ਡੋਲਣ ਤੇ ਅਬ ਚੁੱਕੇ, ਜਿਹੜਾ ਕਿਧਰੇ ਮਨ ਪਹਿਲਾਂ ਡੋਲਦਾ ਸੀ, ਡਿੱਗਦਾ ਡੋਲਦਾ ਸੀ, ਉਧਰੋਂ ਹੁਣ ਚੁੱਕੇ ਬਿਨਾਂ ਹੋ ਗਏ। ਸਾਡਾ ਡੋਲਣਾ ਜਿਹੜਾ ਮੁੱਕ ਗਿਆ, ਮਨ ਦਾ ਡੋਲਣਾ ਖਤਮ ਹੋ ਗਿਆ। ਡੀਗਨ ਡੋਲਾ ਤਉਲੋ, ਜੋ ਮਨ ਕੇ ਭਰਮ ਕਾਟੇ ਗੁਰੇ ਆਪਣੇ ਪਾਏ ਵਿਸਰਾਮਾ। ਡੋਲਣ ਤੋਂ ਰਹਿਤ ਹੋ ਗਏ ਹਾਂ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਅਮੁੱਕ ਖਜ਼ਾਨਾ ਬਖਸ਼ਿਆ ਹੈ ਕਿ ਉਸ ਖਜ਼ਾਨੇ ਵਿੱਚ ਕਦੇ ਤੋਟ ਨਹੀਂ ਆਉਂਦੀ। ਰਹੇ ਭਾਈ, ਨਾ ਹੀ ਉਹ ਖਜ਼ਾਨਾ ਕਦੇ ਮੁੱਕਦਾ ਹੈ। ਉਹਦੇ ਵਿੱਚ ਕਿਸੇ ਪਦਾਰਥ ਦੀ, ਕਿਸੇ ਸ਼ਕਤੀ ਦੀ, ਕਲਾ ਦੀ, ਕਿਸੇ ਵਸਤੂ ਦੀ ਕਦੇ ਤੋਟ ਨਹੀਂ ਆਉਂਦੀ, ਨਾ ਗੁਣਾਂ ਦੀ ਤੋਟ ਆਉਂਦੀ। ਐਸਾ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਹੇ ਭਾਈ, ਸਤਿਗੁਰੂ ਮਹਾਰਾਜ ਜੀ ਨੇ ਐਸੀ ਬੂਝ ਸਮਝਾ ਦਿੱਤੀ ਹੈ, ਐਸੀ ਗਿਆਤ ਸਮਝਾ ਦਿੱਤੀ ਹੈ। ਇੱਕ ਅਚਰਜ, ਇੱਕ ਬੜੀ ਅਲੌਕਿਕ ਗੱਲ ਹੈ ਭਾਈ, ਸੁਣੋ। ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਜਿਹੜਾ ਠਾਕੁਰ ਤੇ ਸਾਡੇ ਵਿੱਚ ਪੜਦਾ ਸੀ, ਜਿਵੇਂ ਬਚਨ ਹਨਾਸਾਂ ਦੇਸਾਂ ਦੇ ਪੱਟ ਚੜੇ, ਜਾਂ ਮਾਇਆ ਦੇ ਮੋਹ ਦਾ ਪੜਦਾ ਸੀ, ਉਹ ਠਾਕੁਰ ਮਾਲਕ ਨੇ ਆਪ ਹੀ ਲਾਹ ਦਿੱਤਾ। ਅਤੇ ਜਦੋਂ ਮਿਲਾਪ ਹੋਇਆ ਠਾਕੁਰ ਦੇ ਨਾਲ, ਜਦੋਂ ਅਸੀਂ ਪਰਦਾ ਲਾਹ ਕੇ ਠਾਕੁਰ ਵਾਹਿਗੁਰੂ ਨੂੰ ਮਿਲ ਲਿਆ, ਪਰਮਾਤਮਾ ਨਾਲ ਮਿਲਾਪ ਹੋ ਗਿਆ, ਤਾਂ ਉਹ ਬਿਸਰੀ ਤਾਤ ਪਰਾਈ, ਜਿਹੜੀ ਪਰਾਈ ਤਾਤ ਸਾੜਾ ਸੀ, ਈਰਖਾ ਸੀ, ਉਹ ਸਾਰੀ ਬਿਸਰ ਗਈ। ਜਿਵੇਂ ਬਚਨ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਤੇ ਤਾਤ ਪਰਾਈ ਬਹੁਤ ਬੁਰੀ ਹੈ। ਜੇ ਸੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਤਪਣਾ ਕਿਸੇ ਨੂੰ ਸੁਖੀ ਵੇਖ ਕੇ, ਕਿਸੇ ਪ੍ਰਕਾਰ ਗੁਣ ਵੇਖ ਕੇ, ਆਦਰ ਵੇਖ ਕੇ ਕਿਸੇ ਦਾ ਹਿਰਦਾ ਤਪੀ ਜਾਣਾ ਕਿ ਉਹਦਾ ਆਦਰ ਕਿਉਂ ਹੈ, ਉਹ ਸੁਖੀ ਕਿਉਂ ਹੈ, ਇਹ ਹੁੰਦੀ ਹੈ ਪਰਾਈ ਤਾਤ, ਪਰਾਈ ਈਰਖਾ। ਪਰਾਇਆਂ ਸਰੀਰਾਂ ਵੱਲ ਵੇਖ ਕੇ ਜਿਹੜਾ ਸਾੜਾ ਹੁੰਦਾ, ਇਹ ਸਾਰੀ ਤਾਤ ਪਰਾਈ ਵਿਸਰ ਗਈ ਹੈ। ਕਹਿਓ ਨਾ ਜਾਈ ਇਹ ਅਚੰਭਵ, ਸੋ ਜਾਣੈ ਜਿਨ ਚਾਖਿਆ। ਜਿਸ ਅਵਸਥਾ 'ਚ ਅਸੀਂ ਪਹੁੰਚੇ ਹਾਂ, ਇਹ ਅਚੰਭੇ ਵਾਲਾ ਬਚਨ ਹੈ। ਇਹ ਜਿਹੜੀ ਬੜੀ ਅਸਚਰਜਤਾਈ ਵਾਲੀ ਖੇਡ ਹੈ, ਇਹ ਕਥਨ ਨਹੀਂ ਹੁੰਦੀ। ਸੋ ਜਾਣੈ ਜਿਨ ਚਾਖਿਆ, ਜਿਹਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ, ਇਸ ਆਨੰਦ ਨੂੰ ਚਖਿਆ ਹੈ, ਉਹ ਹੀ ਜਾਣਦਾ। ਜਿਵੇਂ ਬਚਨ ਹਨ, ਇਹੋ ਹਰ ਰਸ ਸੇ ਜਾਣਦੇ, ਜਿਉਂ ਗੂੰਗੈ ਮਠਿਆਈ ਖਾਈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੂਛੇ ਤੇ ਕਿਆ ਕਹੀ ਹੈ।
ਜਿਵੇਂ ਕਬੀਰ ਜੀ ਨੇ ਕਿਹਾ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਸੋ ਇਸ ਪ੍ਰਕਾਰ ਕਹਿਓ ਨਾ ਜਾਈ ਇਹੋ ਅਚੰਭਾ। ਇਹ ਜਿਹੜਾ ਅਚੰਭਾ ਹੋਇਆ ਹੈ, ਇਹ ਜਿਹੜਾ ਅਸਚਰਜ ਕੌਤਕ ਹੋਇਆ ਸਾਡੇ ਨਾਲ, ਇਹ ਜਿਹੜੀ ਵਿਸਮਾਦਤਾਈ ਵਾਲੀ ਅਵਸਥਾ ਹੈ, ਇਹ ਕਥਨ ਨਹੀਂ ਹੋ ਸਕਦੀ। ਜਿਹਨੇ ਇਸ ਰਸ ਨੂੰ, ਆਨੰਦ ਨੂੰ, ਸੁਖ ਨੂੰ ਚਖਿਆ ਉਹ ਹੀ ਜਾਣਦਾ। ਕਹੋ ਨਾਨਕ ਸੱਚ ਭਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰੱਖਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ, ਜਦੋਂ ਲੈ ਕੇ ਸਾਡੇ ਹਿਰਦੇ 'ਚ ਟਿਕਾ ਦਿੱਤਾ, ਰੱਖ ਦਿੱਤਾ, ਅਸੀਂ ਸਾਂਭ ਲਿਆ, ਤਾਂ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਗਾਸ, ਖੇੜਾ, ਆਨੰਦ ਸਾਨੂੰ ਪ੍ਰਾਪਤ ਹੋਇਆ। ਸੱਚਾ ਵਿਗਾਸ। ਇੱਕ ਤਾਂ ਹੈ ਨਾ ਸੰਸਾਰਿਕ ਪਦਾਰਥਾਂ ਨੂੰ ਵੇਖ ਕੇ ਵੀ ਲੋਕਾਂ ਦੇ ਮਨ ਖੁਸ਼ ਹੁੰਦੇ ਨੇ ਅਤੇ ਕਹਿ ਦਿੰਦੇ ਭਈ ਆਨੰਦ ਆ ਗਿਆ, ਪਦਾਰਥ ਖਾ ਕੇ ਵੀ। ਇਸ ਪ੍ਰਕਾਰ ਲੋਕ ਕਹਿੰਦੇ ਨੇ ਵੀ ਜੇ ਮਨ ਭਾਉਂਦੀਆਂ ਚੀਜ਼ਾਂ ਸਾਨੂੰ ਮਿਲੀਆਂ ਅਤੇ ਅਸੀਂ ਬੜੇ ਆਨੰਦ ਦੇ ਵਿੱਚ ਹਾਂ। ਨਹੀਂ, ਐਸਾ ਨਹੀਂ ਹੈ। ਇਹ ਝੂਠਾ ਆਨੰਦ ਹੈ, ਬਿਨ ਸਜਾਣ ਵਾਲਾ ਹੈ। ਜਿਹੜਾ ਵਿਗਾਸ, ਖੇੜਾ ਭਗਤਾਂ ਨੂੰ ਪ੍ਰਾਪਤ ਹੈ, ਉਹ ਸੱਚਾ ਹੈ, ਜਿਹਦੇ ਬਾਰੇ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੋ ਉਹ ਸਤਿਗੁਰੂ ਮਹਾਰਾਜ ਜੀ ਨੇ ਨਾਮ ਰੂਪੀ ਖਜ਼ਾਨਾ ਹਿਰਦੇ ਜਦੋਂ ਟਿਕਾਇਆ ਹੈ ਤਾਂ ਸੱਚਾ ਵਿਗਾਸ ਪ੍ਰਾਪਤ ਹੋਇਆ। ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਵਿਗਾਸ ਸਾਡੇ ਹਿਰਦੇ 'ਚ ਪੈਦਾ ਹੋਇਆ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗਣੀ ਮਾਲਾ ਵੰਨਗੀ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਉਬਰਤ ਰਾਜਾ ਰਾਮ ਕੀ ਸਰਣੀ। ਹੇ ਭਾਈ, ਜੋ ਸੰਸਾਰ ਸਮੁੰਦਰ ਦੇ ਵਿੱਚ ਲੋਕ ਗਲਤਾਨ ਨੇ, ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ, ਦੁੱਖ ਪਾ ਰਹੇ ਨੇ, ਅਤੇ ਇੱਥੋਂ ਬਚਣ ਦਾ ਜੋ ਰਾਹ ਹੈ ਉਹ ਆ ਉਬਰਤ ਰਾਜਾ ਰਾਮ ਕੀ ਸਰਣੀ। ਹੇ ਭਾਈ, ਜਿਹੜਾ ਰਾਜਾ ਰਮਿਆ ਹੋਇਆ ਪਰਮੇਸ਼ਰ ਰਾਮ ਹੈ ਨਾ, ਰਾਜਾ ਸਾਰੇ ਸ੍ਰਿਸ਼ਟੀ ਦਾ ਮਾਲਕ, ਉਸ ਦੀ ਸ਼ਰਨ 'ਚ ਆ ਕੇ ਹੀ ਜੀਵ ਉੱਭਰਦੇ ਬਚਦੇ ਹਨ। ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ ਰਾਜਾ ਰਾਮ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਕਰਕੇ। ਕਿਉਂਕਿ ਸਰਬ ਲੋਕ ਮਾਇਆ ਕੇ ਮੰਡਲ, ਸਾਰੇ ਜਿਹੜੇ ਲੋਕ ਨੇ, ਮਾਤ ਲੋਕ, ਆਕਾਸ਼ ਲੋਕ, ਪਤਾਲ ਲੋਕ, ਜਿੱਥੇ ਜਿੱਥੇ ਵੀ ਸ੍ਰਿਸ਼ਟੀ ਵੱਸਦੀ ਹੈ, ਇਹ ਸਾਰੇ ਮਾਇਆ ਦੇ ਦਾਇਰੇ ਹਨ, ਮਾਇਆ ਦੇ ਮੰਡਲੀ ਹਨ। ਭਾਵ ਮਾਇਆ 'ਚ ਗਰਸੇ ਹੋਏ ਨੇ, ਮਾਇਆ ਦੇ ਪ੍ਰਭਾਵ ਥੱਲੇ ਨੇ ਤਿੰਨਾਂ ਲੋਕਾਂ ਦੇ ਜੀਵ। ਗਿਰ ਗਿਰ ਪਰਤੇ ਧਰਣੀ, ਇਹ ਡਿੱਗ ਡਿੱਗ ਕੇ ਧਰਤੀ 'ਤੇ ਪੈਂਦੇ ਪਏ ਨੇ। ਭਾਵ ਡਿੱਗ ਕੇ ਧਰਤੀ 'ਤੇ ਪੈਣ ਦਾ ਮਤਲਬ ਹੈ ਕਿ ਹੇਠਾਂ ਨਿਵਾਣਾ ਨੂੰ ਜਾ ਰਹੇ ਨੇ, ਵਿਕਾਰਾਂ ਆਦਿਕਾਂ ਦੇ ਵਿੱਚ ਡਿੱਗ ਡਿੱਗ ਕੇ ਪੈ ਰਹੇ ਨੇ, ਖਚਤ ਹੋ ਰਹੇ ਨੇ। ਸੋ ਨੀਵੀਂ ਆਤਮਿਕ ਅਵਸਥਾ ਹੁੰਦੀ ਪਈ ਹੈ, ਅੰਦਰਲੀ ਅਵਸਥਾ ਬਹੁਤ ਲੋਕਾਂ ਦੀ ਨੀਵੀਂ ਹੁੰਦੀ ਪਈ ਹੈ। ਮਾਇਆ ਨੇ ਐਸਾ ਗਰਸ ਲਿਆ ਹੈ ਕਿ ਬੁੱਧੀਆਂ ਭ੍ਰਿਸ਼ਟ ਕਰ ਦਿੱਤੀਆਂ, ਇਨਸਾਨੀਅਤ ਨਹੀਂ ਅੰਦਰ ਰਹਿਣ ਦਿੱਤੀ। ਸਿਰਫ ਵਕਾਰ ਅਤੇ ਇਹ ਜਿਹੜਾ ਮਾਇਆ ਨੂੰ ਇਕੱਠੀ ਕਰਨ ਦੀ ਲਾਲਸਾ, ਇਹੀ ਜੀਆਂ ਦੇ ਵਿੱਚ ਪ੍ਰਧਾਨ ਹੋ ਰਹੇ ਨੇ। ਇਹ ਔਗਣ ਰਹਾਉ ਸਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖਨ ਇਉਂ ਕਹਿਆ, ਛੇ ਸ਼ਾਸਤਰ 27 ਸਿਮਰਤੀਆਂ ਚਾਰੇ ਵੇਦ। ਪੰਡਤ ਲੋਕ ਜੋ ਵਿਚਾਰਦੇ ਹਨ, ਵਿਚਾਰ ਕੇ ਇਹੀ ਸਿਧਾਂਤ ਕੱਢਦੇ ਨੇ। ਅਤੇ ਮਹਾਂਪੁਰਖ ਨੇ ਇਉਂ ਕਹਿਆ, ਮਹਾਨ ਪੁਰਖ ਜਿਹੜੇ ਸੰਤ ਲੋਕ ਨੇ ਉਹਨਾਂ ਵੀ ਇੰਜ ਕਿਹਾ ਹੈ। ਜੰਝ ਕਹਿ ਲਓ ਵੀ ਲੋਕ ਸ਼ਾਸਤਰਾਂ, ਪੁਰਾਣਾਂ ਨੂੰ, ਸਿਮਰਤੀਆਂ ਨੂੰ, ਵੇਦਾਂ ਨੂੰ ਵਿਚਾਰਦੇ ਹਨ, ਪਰ ਤਤ ਨਿਚੋੜ ਜਿਹੜਾ ਉਹ ਮਹਾਂਪੁਰਖਾਂ ਨੇ ਇੰਜ ਕਿਹਾ ਹੈ, ਬਿਨ ਹਰ ਭਜਨ ਨਾਹੀ ਨਿਸਤਾਰਾ। ਹਰੀ ਅਕਾਲ ਪੁਰਖ ਦੇ ਭਜਨ ਤੋਂ ਬਗੈਰ ਸੰਸਾਰ ਪਰਪੰਚ ਤੋਂ ਪਾਰ ਉਤਾਰਾ ਨਹੀਂ ਹੁੰਦਾ। ਸੁਖ ਨਾ ਕਿਨਹੂ ਲਹਿਆ, ਅਤੇ ਕਿਸੇ ਨੇ ਵੀ ਆਤਮਿਕ ਸੁਖ ਪ੍ਰਾਪਤ ਨਹੀਂ ਕੀਤਾ ਵਾਹਿਗੁਰੂ ਦੇ ਭਜਨ ਤੋਂ ਬਗੈਰ। ਅਸਲੀ ਨਿਚੋੜ ਵੇਦਾਂ ਸ਼ਾਸਤਰਾਂ ਦਾ ਵੀ ਇਹੀ ਹੈ। ਅਤੇ ਮਹਾਨ ਪੁਰਖ ਜਿਹੜੇ ਹੋਏ ਨੇ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਸਿਮਰਨ ਕੀਤਾ, ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਵਰਗੇ, ਉਹਨਾਂ ਇੰਝ ਹੀ ਕਿਹਾ ਹੈ ਵੀ ਬਿਨਾਂ ਹਰੀ ਦੇ ਭਜਨ ਤੋਂ ਕਿਸੇ ਦਾ ਪਾਰ ਉਤਾਰਾ ਨਹੀਂ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਹਜ਼ੂਰ ਨੇ ਕਿਹਾ ਕਿਸੇ ਨੇ ਵੀ ਆਤਮਿਕ ਸੁਖ ਨਹੀਂ ਪ੍ਰਾਪਤ ਕੀਤਾ ਬਿਨਾਂ ਵਾਹਿਗੁਰੂ ਦੇ ਭਜਨ ਤੋਂ। ਤੀਨ ਭਵਨ ਕੀ ਲਖਮੀ ਜੋਰੀ, ਬੂਝਤ ਨਾਹੀਂ ਲਹਿਰੇ। ਤਿੰਨ ਭਵਨ, ਆਕਾਸ਼, ਮਾਤ ਲੋਕ ਅਤੇ ਪਤਾਲ ਲੋਕ,
ਤਿੰਨਾਂ ਭਵਨਾਂ ਵਿੱਚ ਜਿੰਨੀ ਲక్ష్ਮੀ ਪ੍ਰਮਾਤਮਾ ਨੇ ਰਜੀ ਹੈ, ਲక్ష్ਮੀ ਮਾਇਆ ਹੈ, ਜੇ ਕੋਈ ਜੋੜ ਵੀ ਲਵੇ ਤੇ ਬੂਝਤ ਨਾ ਹੀ ਲਹਿਰੇ। ਫਿਰ ਵੀ ਹਿਰਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਵਾਸ਼ਨਾ ਦੀਆਂ ਲਹਿਰਾਂ ਹਨ ਉਹ ਬੁਝਦੀਆਂ ਨਹੀਂ ਹਨ। ਜਿਹੜੀ ਅੰਦਰ ਲਹਿਰ ਆ ਨਾ, ਹੋਰ ਇਕੱਠਾ ਕਰ ਲਵਾਂ, ਹੋਰ ਇਕੱਠਾ ਕਰ ਲਵਾਂ, ਉਹ ਬੁਝਦੀ ਨਹੀਂ ਹੈ। ਬਿਨ ਹਰ ਭਗਤ ਕਹਾਂ ਥਿਤ ਪਾਵੈ, ਫਿਰ ਤੋਂ ਪਹਿਰੇ ਪਹਿਰੇ। ਬਿਨਾਂ ਹਰੀ ਅਕਾਲ ਪੁਰਖ ਦੀ ਭਗਤੀ ਤੋਂ ਕਿਵੇਂ ਕੋਈ ਸਥਿਤੀ ਟਿਕਾ ਪ੍ਰਾਪਤ ਕਰ ਸਕਦਾ, ਕਿਵੇਂ ਕੋਈ ਟਿਕਣਾ ਪਾ ਸਕਦਾ ਹੈ। ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਭਾਵ ਨਹੀਂ ਟਿਕ ਸਕਦਾ, ਮਨ ਨਹੀਂ ਟਿਕ ਸਕਦਾ, ਸਥਿਤੀ ਨਹੀਂ ਪ੍ਰਾਪਤ ਹੁੰਦੀ, ਅਸਥਿਤ ਟਿਕਾ ਨਹੀਂ ਪ੍ਰਾਪਤ ਹੁੰਦਾ। ਅਤੇ ਜੀਵ ਪੈਸੇ ਧੇਲੇ ਪਦਾਰਥਾਂ ਦੀ ਲਾਲਸਾ ਵਿੱਚ ਫਿਰ ਤੋਂ ਪਹਿਰੇ ਪਹਿਰੇ, ਹਰ ਸਮੇਂ ਹਰ ਇੱਕ ਪਹਿਰ ਪਹਿਰ ਵਿੱਚ ਇਸ ਪਾਸੇ ਦੌੜਿਆ ਫਿਰਦਾ। ਜੇ ਸਰੀਰਕ ਤੌਰ 'ਤੇ ਬਹਿਣਾ ਮਿਲ ਗਿਆ ਤਾਂ ਮਨ ਕਰਕੇ ਦੌੜਿਆ ਫਿਰਦਾ ਹੈ। ਜਿਵੇਂ ਕਹਿੰਦੇ ਪੈਰ ਪੈਰ 'ਤੇ ਡੋਲਦਾ, ਮਤਲਬ ਹੈ ਪਹਿਰ ਪਹਿਰ 'ਤੇ, ਸਮੇਂ ਸਮੇਂ 'ਤੇ ਡੋਲਦਾ, ਹਰ ਵੇਲੇ ਹੀ ਡੋਲਦਾ ਫਿਰਦਾ ਹੈ। ਅਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕੰਮ। ਅਨੇਕਾਂ ਬਿਲਾਸ ਕਰਦਾ ਹੈ ਮਨ ਨੂੰ ਮੋਹਣ ਵਾਲੇ, ਜਿਨ੍ਹਾਂ ਬਿਲਾਸਾਂ ਕੌਤਕਾਂ ਨਾਲ ਮਨ ਮੋਹਿਆ ਜਾਂਦਾ। ਜਿਵੇਂ ਕਹਿੰਦੇ ਨਾ, ਇਹ ਜੀ ਮਨੋਰੰਜਨ ਵਾਸਤੇ ਫਲਾਣੀ ਚੀਜ਼ ਵੇਖਣ ਗਏ, ਸਿਨੇਮੇ ਆਲਾਦਕ। ਸੋ ਇਸ ਪ੍ਰਕਾਰ ਮਨ ਨੂੰ ਮੋਹਣ ਪ੍ਰਸੰਨ ਕਰਨ ਵਾਸਤੇ ਅਨੇਕਾਂ ਬਿਲਾਸ ਕਰਦਾ ਮਨੁੱਖ, ਪੂਰਨ ਹੋਤ ਨਾ ਕੰਮ। ਪਰ ਇਹਦੀਆਂ ਕਾਮਨਾ ਪੂਰੀਆਂ ਨਹੀਂ ਹੁੰਦੀਆਂ। ਇਹਦੀ ਕਾਮਨਾ ਜਿਹੜੀ ਅੰਦਰ ਉਹ ਪੂਰੀ ਨਹੀਂ ਹੁੰਦੀ, ਕਾਮਨਾ ਅਧੂਰੀ ਰਹਿੰਦੀ ਹੈ। ਜਲਤੋ ਜਲਤੋ ਕਬਹੂ ਨਾ ਬੂਝਤ, ਸਗਲ ਬਿਰਥੇ ਬਿਨ ਨਾਮਾ। ਸੜਦਿਆਂ ਸੜਦਿਆਂ ਜਿਹੜੀ ਅੱਗ ਲੱਗੀ ਅੰਦਰ ਇਹ ਤ੍ਰਿਸ਼ਨਾ ਦੀ, ਕਦੇ ਵੀ ਬੁਝਦੀ ਨਹੀਂ ਹੈ। ਸਗਲ ਬਿਰਥੇ ਬਿਨ ਨਾਮਾ, ਸਾਰੇ ਕੰਮ ਧੰਦੇ ਕੀਤੇ ਹੋਏ ਨਾਮ ਤੋਂ ਬਗੈਰ ਬਿਰਥੇ ਹੀ ਹਨ, ਭਾਵ ਵਿਅਰਥ ਨੇ, ਕੰਮ ਆਉਣ ਵਾਲੇ ਨਹੀਂ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਸਾਰ ਸੁਖ ਪੂਰਾ। ਇਹ ਮੇਰੇ ਮਿੱਤਰ ਜੀ, ਸਾਨੂੰ ਸਾਰਿਆਂ ਜੀਆਂ ਨੂੰ ਸਤਿਗੁਰੂ ਮਹਾਰਾਜ ਵਾਹਿਗੁਰੂ ਦੀ ਅੰਸ਼ ਹੋਣ ਕਰਕੇ ਮਿੱਤਰ ਕਹਿ ਰਹੇ ਨੇ। ਹੇ ਮੇਰੇ ਮਿੱਤਰੋ, ਹਰੀ ਪਰਮਾਤਮਾ ਦਾ ਨਾਮ ਜਪੋ, ਇਹ ਸਾਰ ਸੁਖ ਪੂਰਾ। ਇਹੋ ਹੀ ਸਾਰੇ ਸੁੱਖਾਂ ਦਾ ਸਾਰ ਨਿਚੋੜ ਹੈ ਅਤੇ ਪੂਰਨ ਸੁਖ ਹੈ। ਇਹਦੇ ਵਿੱਚੋਂ ਸੁਖ ਮਿਲੇਗਾ, ਪੂਰਨ ਸੁਖ। ਸਾਰੇ ਸੁੱਖਾਂ ਦਾ ਨਿਚੋੜ, ਸਾਰੇ ਗਿਆਨਾਂ ਧਿਆਨਾਂ ਦਾ ਨਿਚੋੜ ਇਹੀ ਹੈ, ਹਰੀ ਦਾ ਨਾਮ ਜਪੋ। ਸਾਧ ਸੰਗਤ ਜਨਮ ਮਰਨ ਨਿਵਾਰੈ, ਨਾਨਕ ਜਨ ਕੀ ਧੂਰਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਈ ਸਾਧ ਸੰਗਤ ਦੁਆਰਾ ਹੀ ਜਨਮ ਮਰਨ ਨਿਵਾਰਿਆ ਜਾ ਸਕਦਾ ਹੈ। ਜਿਹੜਾ ਆਪਣਾ ਜੰਮਣ ਮਰਨ ਨਿਵਾਰ ਲੈਂਦਾ, ਹਜ਼ੂਰ ਕਹਿੰਦੇ ਅਸੀਂ ਉਸ ਜਨ ਦੀ ਧੂੜ ਬਣਨਾ ਚਾਹੁੰਦੇ ਹਾਂ। ਅਸੀਂ ਉਹਨਾਂ ਜਨਾਂ ਭਗਤਾਂ ਦੀ ਧੂੜ ਹਾਂ, ਜਿਹੜਾ ਸਾਧ ਸੰਗਤ 'ਚ ਮਿਲ ਕੇ ਆਪਣਾ ਜਨਮ ਮਰਨ ਨਿਵਾਰ ਲੈਂਦਾ ਹੈ। ਗੌੜੀ ਮਾਲਾ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਵੰਨਗੀ ਮਾਲਾ ਜਾਤੀ ਹੈ ਰਾਗਣੀ ਦੀ, ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਬਚਨ ਹਨ। ਮੋਹ ਕਉ ਇਹ ਬਿਦ ਕੋ ਸਮਝਾਵੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੇਰੇ ਤਾਈਂ ਭਾਈ ਇਹ ਵਿਧੀ ਕੌਣ ਹੈ ਜੋ ਸਮਝਾ ਦੇਵੇ। ਕੋਈ ਹੈ ਐਸਾ ਜੋ ਸਮਝਾ ਦੇਵੇ, ਕੋਈ ਮਿਲ ਜਾਏ ਐਸਾ ਜੋ ਇਹ ਵਿਧੀ ਮੈਨੂੰ ਸਮਝਾ ਦੇਵੇ। ਕੌਣ ਸਮਝਾ ਸਕਦਾ? ਕਰਤਾ ਹੋਏ ਜਨਾਬ ਹੈ, ਜਿਹੜਾ ਕਰਤਾ ਪਰਮੇਸ਼ਰ ਹੈ ਨਾ, ਅਕਾਲ ਪੁਰਖ, ਉਹਦਾ ਰੂਪ ਹੀ ਬਣ ਗਿਆ ਹੋਵੇ ਜਿਹੜਾ ਵਿਅਕਤੀ ਮਹਾਤਮਾ, ਉਹ ਕਰਤੇ ਦਾ ਰੂਪ ਹੋ ਕੇ ਕੋਈ ਜਣਾ ਸਕਦਾ ਹੈ ਭਈ ਕਿਵੇਂ ਸੰਸਾਰ ਤੋਂ ਤਰਿਆ ਜਾਂਦਾ। ਰਹਾਓ ਅਨਜਾਨਤ ਕਿਛ ਇਨਹਿ ਕਮਾਨੋ, ਜਪ ਤਪ ਕਛੂ ਨ ਸਾਧਾ। ਅਣਜਾਣਤ ਨਾ ਜਾਣਦਿਆਂ ਹੋਇਆਂ, ਅਗਿਆਨਤਾ ਵਸ ਜੋ ਕੁਛ ਵੀ ਇਹਨਾਂ ਜੀਆਂ ਨੇ ਕਮਾਇਆ ਜਾਂ ਇਸ ਜੀਵ ਨੇ ਕਮਾਇਆ ਹੈ, ਉਹ ਅਣਜਾਣਤ ਅਗਿਆਨਤਾ ਵਸ ਇਸ ਨੇ ਕਰਮ ਕਮਾਏ ਨੇ। ਜਪ ਤਪ ਕਛੂ ਨ ਸਾਧਾ, ਅਤੇ ਜੋ ਉਪਦੇਸ਼ ਮਿਲਦਾ ਧਰਮ ਗ੍ਰੰਥਾਂ ਦਾ ਅਤੇ ਮਹਾਂਪੁਰਖਾਂ ਅਵਤਾਰਾਂ ਪੈਗੰਬਰਾਂ ਦਾ, ਉਹਦੇ ਅਨੁਸਾਰ ਨਾ ਜਪ ਕੀਤਾ, ਨਾ ਤਪ ਕੀਤਾ, ਸਾਧਨਾ ਕੀਤੀ ਹੈ, ਕੋਈ ਕੁਛ ਵੀ ਨਹੀਂ ਸਾਧਿਆ, ਨਾ ਜਪ ਸਾਧਿਆ ਨਾ ਤਪ ਸਾਧਿਆ। ਦਹਿ ਦਿਸ ਲੈ ਇਹ ਮਨ ਦੌਰਾਇਓ, ਇਹ ਮਨ ਨੂੰ ਲੈ ਕੇ ਦਸਾਂ ਦਿਸ਼ਾਂ 'ਚ ਹੀ ਭੁਜਾਈ ਫਿਰਿਆ ਇਹ ਜੀਵ। ਕਵਨ ਕਰਮ ਕਰ ਬਾਧਾ, ਕਿਹੜੇ ਕਰਮਾਂ ਕਰਕੇ ਬੱਝ ਗਿਆ ਇਸ ਅਗਿਆਨ ਵਿੱਚ। ਇਹ ਸਤਿਗੁਰੂ ਮਹਾਰਾਜ ਪੁੱਛਦੇ ਨੇ ਭਈ ਸਾਨੂੰ ਕੋਈ ਇਹ ਵਿਧੀ ਸਮਝਾਏ। ਮਨ ਤਨ ਧਨ ਭੂਮਿਕਾ ਠਾਕੁਰ, ਹਉ ਇਸ ਕਾ ਮੇਰਾ। ਇਹ ਕਹਿੰਦਾ ਜੀਵ ਭਈ ਇਹ ਮਨ ਵੀ ਮੇਰਾ, ਇਸ ਮਨ ਦਾ ਮਾਲਕ ਮੈਂ ਹਾਂ, ਇਸ ਤਨ ਦਾ ਸਰੀਰ ਦਾ ਮਾਲਕ ਵੀ ਮੈਂ ਹਾਂ।
ਤੇ ਧਨ ਜਿਹੜਾ ਮੇਰੇ ਪਾਸ ਹੈ ਇਹਦਾ ਵੀ ਮੈਂ ਹੀ ਮਾਲਕ ਹਾਂ। ਜਿਹੜੀ ਭੂਮੀ ਜਾਇਦਾਦ ਜ਼ਮੀਨ ਹੈ ਮੇਰੀ, ਇਹਦਾ ਵੀ ਮੈਂ ਮਾਲਕ ਹਾਂ। ਮੈਂ ਇਸ ਦਾ ਮਾਲਕ ਹਾਂ ਤੇ ਇਹ ਮੇਰਾ, ਇਹ ਸਾਰਾ ਕੁਝ ਜੋ ਹੈ ਇਹ ਮੇਰਾ ਹੈ। ਇਹ ਇੰਜ ਕਰ ਰਿਹਾ ਨਾ ਜੀਵ। ਤੇ ਭਰਮ ਮੋਹ ਕਛ ਸੂਝਸ ਨਾਹੀ, ਇਹ ਪੈਖਰ ਪਏ ਪੈਰਾਂ। ਭਰਮ, ਅਗਿਆਨ ਵਿੱਚੋਂ ਪੈਦਾ ਹੋਇਆ ਭਰਮ, ਹੋਰ ਦਾ ਹੋਰ ਸਮਝ ਲਿਆ, ਸੱਚਾ ਮੰਨ ਲਿਆ ਸੰਸਾਰ ਨੂੰ, ਇਹ ਭਰਮ ਹੈ। ਤੇ ਫਿਰ ਸੱਚਾ ਮੰਨ ਕੇ ਮੋਹ ਹੈ ਇਹਨਾਂ ਵਸਤੂਆਂ ਨਾਲ, ਸਰੀਰਾਂ ਨਾਲ। ਭਰਮ ਤੇ ਮੋਹ ਕਰਕੇ ਅਸਲ ਗਿਆਨ ਨੂੰ ਕੁਛ ਵੀ ਇਹ ਸੂਝਦਾ ਨਹੀਂ, ਭਾਵ ਗਿਆਤ ਨਹੀਂ ਪ੍ਰਾਪਤ ਕਰਦਾ। ਕੁਝ ਗਿਆਨ ਇਹਨੂੰ ਸੁਝਦਾ ਹੀ ਨਹੀਂ ਹੈ, ਇਹਨੂੰ ਗਿਆਤ ਹੀ ਨਹੀਂ ਪ੍ਰਾਪਤ ਹੋ ਰਹੀ, ਸਮਝ ਹੀ ਨਹੀਂ ਆ ਰਹੀ। ਇਹ ਪੈਖਰ ਪਏ ਪੈਰਾਂ, ਜਿਵੇਂ ਖੋਤੇ ਦੀਆਂ ਪਿਛਲੀਆਂ ਲੱਤਾਂ ਨੂੰ, ਪੈਰਾਂ ਨੂੰ ਪੈਂਖੜ ਪਾਇਆ ਜਾਂਦਾ ਨਾ, ਢੰਗਾ ਪਾਇਆ ਜਾਂਦਾ, ਰੱਸਾ ਬੱਧਿਆ ਜਾਂਦਾ, ਇਸੇ ਪ੍ਰਕਾਰ ਕਹਿੰਦੇ ਇਹਦੇ ਅੰਤਸ਼ਕਰਨ ਰੂਪੀ ਪੈਰਾਂ ਨੂੰ ਇਹੀ ਪੈਂਖੜ ਪਿਆ ਹੋਇਆ, ਤਾਂ ਹੀ ਅੱਗੇ ਨਹੀਂ ਤੁਰਦਾ ਹੈ ਵਾਹਿਗੁਰੂ ਦੀ ਬੰਦਗੀ ਵਾਲੇ ਬੰਨੇ। ਤਬ ਇਹੋ ਕਹਾਂ ਕਮਾਵਨ ਪਰਿਆ, ਜਬ ਇਹੋ ਕਛੂ ਨਾ ਹੋਤਾ। ਹਜ਼ੂਰ ਕਹਿੰਦੇ ਨੇ ਜਦੋਂ ਇਹ ਕੁਛ ਹੈ ਹੀ ਨਹੀਂ ਸੀ, ਇਹਦੀ ਕੋਈ ਹਸਤੀ ਨਹੀਂ ਸੀ, ਇਹਨੇ ਕੋਈ ਸਰੀਰ ਹੀ ਨਹੀਂ ਸੀ ਧਾਰਿਆ, ਤਦੋਂ ਇਹ ਕੀ ਕਮਾਉਣ 'ਚ ਪਿਆ ਹੋਇਆ ਸੀ। ਭਾਵ ਜਿਵੇਂ ਕਬੀਰ ਜੀ ਨੇ ਬਚਨ ਕੀਤਾ, ਜਬ ਕਛ ਨਾ ਸੀਓ, ਜਦੋਂ ਕੁਝ ਵੀ ਨਹੀਂ ਸੀ ਬਣਾਇਆ ਰੱਬ ਨੇ, ਤਬ ਕਿਆ ਕਰਤਾ, ਉਦੋਂ ਇਹ ਜੀਵ ਕੀ ਕਰਮ ਕਮਾਉਂਦਾ ਸੀ। ਕਵਨ ਕਰਮ ਕਰ ਆਇਆ, ਕਿਹੜਾ ਕਰਮ ਕਰਕੇ ਸਰੀਰ ਵਿੱਚ ਆਇਆ, ਸਰੀਰ ਧਾਰੀ ਹੋਇਆ। ਫਿਰ ਮਹਾਰਾਜ ਕਬੀਰ ਜੀ ਫੈਸਲਾ ਦਿੰਦੇ ਨੇ, ਆਪਣਾ ਖੇਲ ਆਪ ਕਰ ਦੇਖਿਆ, ਠਾਕੁਰ ਰਚਨ ਰਚਾਇਆ। ਉਦੋਂ ਇਸ ਜੀਵ 'ਤੇ ਕਰਮਾਂ ਦਾ ਕੋਈ ਪ੍ਰਭਾਵ ਨਹੀਂ ਸੀ। ਇਹ ਉੱਥੇ ਹੀ ਗੱਲ ਨਿਬੜਦੀ ਹੈ ਵੀ ਪਰਮਾਤਮਾ ਆਪਣਾ ਖੇਲ ਬਣਾ ਕੇ ਰਚ ਕੇ ਫਿਰ ਆਪ ਹੀ ਸੰਭਾਲਦਾ ਪਿਆ, ਵੇਖਦਾ ਪਿਆ। ਉਸ ਠਾਕੁਰ ਨੇ ਸਾਰੀ ਰਚਨਾ ਰਚਾਈ ਹੈ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕੁਛ ਆਪੇ ਕਰਤਾ। ਜਦੋਂ ਇੱਕੋ ਇੱਕ ਨਿਰੰਜਨ ਸ਼ੁੱਧ ਸਰੂਪ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਕਾਰ ਮਾਇਕੀ ਆਕਾਰਾਂ ਤੋਂ ਬਿਨਾਂ ਪ੍ਰਭੂ ਅਕਾਲ ਪੁਰਖ ਸੀ, ਸਭ ਕੁਛ ਆਪੇ ਕਰਤਾ। ਸਭ ਕੁਛ ਆਪਣੇ ਆਪ ਤੋਂ ਆਪ ਹੀ ਕਰਨ ਵਾਲਾ ਕਰਤਾ ਹੈ। ਤੇ ਇਹੀ ਕਹਿਣਾ ਬਣਦਾ, ਆਪਣੇ ਕਰਤੱਵ ਆਪੇ ਜਾਣੇ। ਆਪਣੇ ਕਰਤੱਵਾਂ ਨੂੰ, ਆਪਣੇ ਕਰਨਿਆਂ ਨੂੰ ਆਪ ਹੀ ਜਾਣਦਾ ਹੈ, ਜਿਹਨੇ ਇਹ ਰਚਨ ਰਚਾਇਆ, ਜਿਹਨੇ ਇਹ ਸਾਰਾ ਰਚਨ ਸੰਸਾਰ ਦਾ ਰਚਿਆ, ਬਨਾਵਟ ਬਣਾਈ ਹੈ। ਕਹੋ ਨਾਨਕ ਕਰਨਹਾਰ ਹੈ ਆਪੇ। ਨਿਚੋੜ ਇਹ ਕੱਢਿਆ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਆਪ ਹੀ ਸਭ ਕੁਝ ਕਰਨਹਾਰ ਹੈ, ਜੀਵ ਨਹੀਂ ਕੁਝ ਕਰਨ ਜੋਗਾ। ਮਤਲਬ ਹੈ ਕਿ ਭਾਈ ਇਹੋ ਜਿਹੇ ਵਿਅਕਤੀ ਹੋਣ ਜਿਹੜੇ ਸੰਸਾਰ ਦੇ ਅੰਦਰ ਕਿਸ ਤਰ੍ਹਾਂ ਇਹ ਗੱਲ ਪਾ ਦੇਣ, ਅਸਲ ਸੂਝ ਸਮਝ ਪਾ ਦੇਣ ਸੰਤ ਲੋਕ। ਹਜ਼ੂਰ ਟੁਕਾ ਤੇ ਆਪਣੇ ਆਪ ਤੇ ਰਹਿੰਦੇ ਕਿ ਮੇਰੇ ਤਾਈਂ ਕੋਈ ਐਸੀ ਵਿਧੀ ਸਮਝਾ ਦੇਵੇ ਵੀ ਅਸਲ ਵਿੱਚ ਗੱਲ ਕੀ ਹੈ। ਇਹ ਬਣ ਬੈਠਾ ਹੈ ਕਰਤਾ ਵੀ ਮੈਂ ਆ ਬਣਾਇਆ, ਤਨ ਮੇਰਾ ਹੈ, ਧਨ ਮੇਰਾ ਹੈ, ਮਨ ਮੇਰਾ ਹੈ, ਸਾਰੀ ਸੰਪਤੀ ਮੇਰੀ ਹੈ, ਜਾਇਦਾਦਾਂ ਦਾ ਮਾਲਕ ਮੈਂ ਹਾਂ। ਇਹ ਇਹਦੇ ਅੰਦਰੋਂ ਕੱਢ ਦੇ ਗੱਲ ਕੋਈ। ਸੋ ਇਸ ਪ੍ਰਕਾਰ ਇਹਦੀ ਬੁੱਧੀ ਦੇ ਅੰਦਰ ਇਹ ਚਾਨਣ ਹੋ ਜਾਏ। ਸੋ ਹਜ਼ੂਰ ਕਹਿੰਦੇ ਨੇ, ਕਹੋ ਨਾਨਕ ਕਰਨਹਾਰ ਹੈ ਆਪੇ। ਸਾਨੂੰ ਵੀ ਸਿੱਖਿਆ ਦੇ ਰਹੇ ਨੇ ਭਾਈ, ਇਹੀ ਗੱਲ ਕਿਹਾ ਕਰੋ ਵੀ ਸਭ ਕੁਝ ਕਰਨਹਾਰ ਪਰਮਾਤਮਾ ਆਪ ਹੀ ਹੈ। ਸਤਿਗੁਰ ਭਰਮ ਚੁਕਾਇਆ। ਹਜ਼ੂਰ ਕਹਿੰਦੇ ਨੇ ਭਾਈ, ਸਾਡੇ ਤਾਂ ਅੰਦਰੋਂ ਸਤਿਗੁਰੂ ਨੇ ਭਰਮ ਦੂਰ ਕੀਤਾ ਹੋਇਆ, ਹੋਰ ਕੋਈ ਨਹੀਂ ਇਸ ਦੁਨੀਆ 'ਤੇ ਜਿਹੜਾ ਇਹ ਵਿਧੀ ਸਮਝਾ ਦੇਵੇ। ਸਤਿਗੁਰੂ ਨੇ ਸਾਡਾ ਭਰਮ ਦੂਰ ਕੀਤਾ, ਨਿਵਰਤ ਕਰ ਦਿੱਤਾ ਹੈ, ਮੇਟ ਦਿੱਤਾ ਹੈ ਜਗਤ ਨੂੰ। ਹੁਣ ਅਸੀਂ ਸੱਚਾ ਨਹੀਂ ਮੰਨਦੇ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਰਾਗਣੀ ਹੈ, ਇਸ ਦੀ ਜਾਤੀ ਹੈ ਮਾਲਾ। ਤੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬਚਨ ਹਨ। ਹਜ਼ੂਰ ਕਹਿੰਦੇ ਨੇ, ਹਰ ਬਿਨ ਅਵਰ ਕਿਰਿਆ ਬਿਰਥੇ। ਹਰੀ ਪਰਮਾਤਮਾ ਅਕਾਲ ਪੁਰਖ ਤੋਂ ਬਗੈਰ, ਭਾਵ ਸਿਮਰਨ ਤੋਂ ਬਗੈਰ, ਅਵਰ ਹੋਰ ਸਾਰੀ ਜਿਹੜੀ ਕਰਮਾਂ ਦੀ ਕਿਰਿਆ ਹੈ, ਕਿਰਿਆ ਕਰਮ ਕਰਨਾ ਜੋ ਬਿਰਥੇ ਵਿਅਰਥ ਨੇ ਸਾਰੇ। ਕਿਹੜੇ ਕਿਹੜੇ ਜੀ? ਜਪ ਤਪ ਸੰਜਮ ਕਰਮ ਕਮਾਣੇ, ਇਹ ਔਰ ਮੂਸੇ। ਦੇਵਤਿਆਂ ਆਦਿਕਾਂ ਦੇ ਮੰਤਰਾਂ ਦਾ ਜਪ ਕਰਨਾ, ਤੇ ਇਸੇ ਤਰ੍ਹਾਂ ਧੂਣੀਆਂ ਆਦਿਕ ਤਪਾ ਕੇ ਤਪੱਸਿਆ ਕਰਨੀ, ਸਰੀਰ ਨੂੰ ਕੋਹਣਾ ਦੁੱਖ ਦੇਣਾ, ਤੇ ਸੰਜਮ ਇੰਦਰੀਆਂ ਨੂੰ ਕਾਬੂ ਕਰਨ ਵਾਸਤੇ ਹੱਠ ਯੋਗ ਆਦਿਕ ਕਰਨਾ ਯੋਗੀਆਂ ਵਾਲਾ। ਇਹੋ ਜਿਹੇ ਜਿਹੜੇ ਕਰਮ ਕਮਾਉਣੇ ਹਨ, ਇਹ ਔਰ ਮੂਸੇ। ਜੇ ਕਮਾਉਣੇ ਹਨ ਤਾਂ ਇਹ ਰੱਬ ਦੇ ਦਰ ਤੱਕ ਨਾਲ ਨਹੀਂ ਜਾਣਗੇ। ਇਹ ਤਾਂ ਉਰੇ ਉਰੇ ਮੂਸੇ ਲੁੱਟੇ ਜਾਂਦੇ ਨੇ। ਜਿਵੇਂ ਬਚਨ ਹਨ, ਕਰਮ ਧਰਮ ਪਾਖੰਡ ਜੋ ਦੀਸਾ, ਤਿਨ ਜਮ ਜਾਗਾਤੀ ਲੂਟਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟਾ। ਇਹ ਉਰੇ ਉਰੇ ਹੀ, ਨੇੜੇ ਨੇੜੇ ਹੀ
ਮੂਸੇ ਲੁੱਟੇ ਜਾਂਦੇ ਨੇ, ਨਾਲ ਨਹੀਂ ਜਾਂਦੇ। ਹੰਕਾਰ ਕਰ ਲਿਆ ਇਹਨਾਂ ਦਾ ਤੇ ਉਦੋਂ ਹੀ ਸਾਰਾ ਕੁਝ ਨਾਸ। ਰਹਾਓ ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨਾ ਪਾਇਆ। ਜਿਹੜਾ ਵਿਅਕਤੀ ਪਰਮੇਸ਼ਰ ਦਾ ਸਿਮਰਨ ਤਾਂ ਕਰਦਾ ਨਹੀਂ ਤੇ ਵਰਤ ਰੱਖਦਾ, ਨੇਮ ਨਿਯਮ ਬਣਾ ਲੈਂਦਾ, ਹਰ ਸਾਲ ਗੰਗਾ ਆਦਿਕ ਤੇ ਜਾਣਾ, ਹੋਰ ਵੀ ਕਈ ਤਰ੍ਹਾਂ ਦੇ ਨੇਮ ਹੁੰਦੇ ਨੇ। ਸੰਜਮ ਰੱਖਦਾ ਆਪਣੇ ਆਪ 'ਚ ਵੀ ਮੈਂ ਇੰਜ ਆਪਣੇ ਆਪ ਨੂੰ ਸੰਜਮ 'ਚ ਪਾਇਆ ਹੋਇਆ। ਕਈ ਤਰ੍ਹਾਂ ਦਾ ਸੰਜਮ ਹੈ, ਜਿਵੇਂ ਪੰਡਤ ਲੋਕ ਰੱਖਦੇ ਨੇ ਵੀ ਇੰਜ ਬੋਧੀ ਰੱਖਣੀ ਹੈ, ਇਸ ਤਰ੍ਹਾਂ ਆਪਣਾ ਜਿਹੜਾ ਕਰਮ ਕਾਂਡ ਉਹਨਾਂ ਦਾ। ਅਤੇ ਇਸ ਪ੍ਰਕਾਰ ਇੰਨੇ ਵਜੇ ਭੋਜਨ ਛਕਣਾ, ਇਹ ਹਰ ਸਾਲ ਗੰਗਾ 'ਤੇ ਜਾਣਾ, ਆਹ ਸੰਜਮ, ਆਹ ਚੀਜ਼ ਨਹੀਂ ਖਾਣੀ, ਆਹ ਖਾਣੀ, ਇਸ ਤਰ੍ਹਾਂ ਦੇ ਸੰਜਮ। ਵਰਤ ਨੇਮ ਸੰਜਮ ਮੈਂ ਰਹਿਤਾ, ਇਸ ਤਰ੍ਹਾਂ ਹੀ ਜਿਹੜਾ ਰਹਿੰਦਾ ਤਿਨਕਾ ਆੜ ਨਾ ਪਾਇਆ। ਇਹ ਜਿਹੜੇ ਵਰਤ ਨੇਮ ਸੰਜਮ ਹਨ, ਇਹਨਾਂ ਦਾ ਮੁੱਲ ਆੜ ਦਮੜੀ ਵੀ ਨਹੀਂ ਪਿਆ। ਇੱਕ ਦਮੜਾ ਮਾਤਰ, ਕੌਡੀ ਮਾਤਰ, ਆੜ ਨਾਮ ਕੌਡੀ ਦਾ, ਇੱਕ ਕੌਡੀ ਮਾਤਰ ਵੀ ਇਹਨਾਂ ਦਾ ਮੁੱਲ ਨਾ ਪਿਆ, ਫਲ ਨਾ ਪ੍ਰਾਪਤ ਹੋਇਆ। ਆਗਿਆ ਚੱਲਣ ਔਰ ਹੈ ਭਾਈ, ਊਹਾਂ ਕਾਮਨਾ ਆਇਆ। ਅੱਗੇ ਪ੍ਰਲੋਕ ਨੂੰ ਜਦੋਂ ਚੱਲਣਾ ਨਾ, ਉੱਥੇ ਨਾਲ ਚੱਲਣ ਵਾਲਾ ਸਾਥ ਹੈ ਭਾਈ ਜੀ ਹੋਰ ਹੈ, ਭਾਵ ਵਾਹਿਗੁਰੂ ਦਾ ਸਿਮਰਨ ਹੈ। ਇਹ ਜਿਹੜੀਆਂ ਵਸਤੂਆਂ ਹਨ ਨਾ, ਵਰਤ ਨੇਮ ਸੰਜਮ ਜਿਹੜੇ ਕਰਮ ਹਨ, ਊਹਾਂ ਕਾਮਨਾ ਆਇਆ। ਇਹ ਉੱਥੇ ਵਾਹਿਗੁਰੂ ਦੇ ਦਰ 'ਤੇ ਕੰਮ ਨਹੀਂ ਆਇਆ, ਕੁਛ ਵੀ, ਭਾਵ ਨਹੀਂ ਕੰਮ ਹੁੰਦਾ। ਤੀਰਥ ਨਹਾਏ ਅਰ ਧਰਤੀ ਧਰਨੀ ਪਰਮਤਾ, ਆਗਿਆ ਠੌਰ ਨਾ ਪਾਵੈ। ਜਿਹੜਾ ਵਿਅਕਤੀ ਇੱਥੇ ਹੀ ਖਲੋ ਗਿਆ ਵੀ ਮੈਂ ਤੀਰਥਾਂ 'ਤੇ ਨਹਾ ਕੇ ਤਰ ਜਾਣਾ, ਤੀਰਥਾਂ 'ਤੇ ਨਹਾਉਂਦਾ ਹੈ ਅਤੇ ਸਾਰੀ ਧਰਤੀ 'ਤੇ ਰਟਨ ਕਰਦਾ ਫਿਰਦਾ, ਭਰਮਣ ਕਰਦਾ ਫਿਰਦਾ, ਇਹ ਕਰਮ ਕੀਤੇ ਹੋਏ ਆਗਿਆ ਠੌਰ ਨਾ ਪਾਵੈ। ਅੱਗੇ ਵਾਹਿਗੁਰੂ ਦੇ ਦਰ 'ਤੇ ਇਹੋ ਜਿਹੇ ਕਰਮ ਕਾਂਡ ਕਰਨ ਵਾਲਾ ਠੌਰ, ਟਿਕਾਣਾ, ਸਤਿਕਾਰ ਵਾਲੀ ਥਾਂ ਨਹੀਂ ਪ੍ਰਾਪਤ ਕਰ ਸਕਦਾ। ਊਹਾਂ ਕਾਮਨਾ ਆਵੈ ਇਹ ਵਿਧ, ਉਹ ਲੋਕ ਨਹੀਂ ਪਤੀ ਆਵੈ। ਉੱਥੇ ਇਹ ਵਿਧੀਆਂ ਜਿਹੜੀਆਂ ਕੀਤੀਆਂ ਹੋਈਆਂ, ਇਸ ਵਿਧੀ ਨਾਲ ਜਿਹੜੇ ਕਰਮ ਕਮਾਇਆ ਹੋਇਆ ਕੁਛ ਹੀ, ਇਹ ਉੱਥੇ ਕੰਮ ਨਹੀਂ ਕੁਛ ਵੀ ਆਉਂਦਾ। ਜਿਹੜੇ ਵੀ ਇਹ ਕਰਮ ਇਹਨਾਂ ਵਿਧੀਆਂ ਦੇ ਕਰਾਏ ਹੋਏ ਨੇ, ਕੀਤੇ ਹੋਏ ਨੇ, ਉੱਥੇ ਕੁਛ ਵੀ ਕੰਮ ਨਹੀਂ ਆਉਂਦਾ ਹੈ। ਉਹ ਲੋਕ, ਉਹ ਜਿਹੜਾ ਧਰਮ ਰਾਜ ਦੀ ਪੁਰੀ, ਉੱਥੋਂ ਦੇ ਜਿਹੜੇ ਲੋਕ ਨੇ, ਨਹੀਂ ਪਤੀ ਆ, ਉਹ ਨਹੀਂ ਪਤੀਜਦੇ, ਉਹ ਨਹੀਂ ਭਰੋਸਾ ਕਰਦੇ, ਉਹ ਨਹੀਂ ਨਿਸ਼ਚਾ ਕਰਦੇ ਵੀ ਤੂੰ ਜੋ ਕੁਛ ਕਮਾਇਆ ਦਾ ਫਲ ਤੈਨੂੰ ਦੇਵਾਂਗੇ। ਉਹ ਲੋਕ ਨਹੀਂ, ਇਹ ਭਾਵ ਵਿਖਾਵੇ ਦੇ ਕਰਮ ਨੇ ਨਾ, ਪਖੰਡ ਵਾਲੇ ਕਰਮ ਨੇ, ਉਹ ਲੋਕ ਨਹੀਂ ਪਤੀ ਆਵੈ। ਅਤੇ ਦੂਸਰਾ ਪਾਠ ਇੰਜ ਵੀ ਕੀਤਾ ਅਰਥ ਕਰਨ ਲਈ, ਲੋਗਨ ਹੀ ਪਤੀ ਆਵੈ। ਵੀ ਉਹ ਜਿਹੜਾ ਵਿਅਕਤੀ ਇਹੋ ਜਿਹੇ ਕਰਮ ਕਰਦਾ ਹੈ, ਉਹਦੇ ਨਾਲ ਸਿਰਫ ਸੰਸਾਰ ਦੇ ਲੋਕਾਂ ਨੂੰ ਹੀ ਪਤੇ ਆਉਂਦਾ ਹੈ, ਭਰੋਸੇ 'ਚ ਲਿਆਉਂਦਾ ਹੈ। ਉਹਨਾਂ ਲੋਕਾਂ ਨੂੰ ਵਿਸ਼ਵਾਸ ਵੱਝਦਾ ਵੀ ਇਹ ਧਰਮੀ ਬੰਦਾ ਹੈ, ਇਹ ਧਾਰਮਿਕ ਕਰਮ ਕਾਂਡ ਕਰਨ ਵਾਲਾ, ਧਰਮ ਦੇ ਰਾਹ 'ਤੇ ਚੱਲਿਆ ਹੋਇਆ। ਲੋਕ ਤੇ ਪਤੀ ਆ ਸਕਦੇ ਨੇ, ਪਰ ਵਾਹਿਗੁਰੂ ਦੇ ਦਰ 'ਤੇ ਜਿੱਥੇ ਸੱਚੋ ਸੱਚ ਨਿਬੜਦਾ, ਉੱਥੇ ਉਹ ਲੋਕ ਜਿਹੜੇ ਹਿਸਾਬ ਕਿਤਾਬ ਲੈਣ ਵਾਲੇ, ਉਹ ਨਹੀਂ ਪਤੀਜਦੇ। ਚਤੁਰ ਵੇਦ ਮੁਖ ਬਚਨੀ ਉਚਰੈ, ਆਗਿਆ ਮਹਿਲ ਨਾ ਪਾਈਐ। ਚਤੁਰ ਦਾ ਅਰਥ ਹੈ ਚਾਰ, ਚਾਰ ਵੇਦ, ਅਤੇ ਚੌਂ ਵੇਦਾਂ ਦੇ ਅਨੁਸਾਰ ਮੁਖ ਤੋਂ ਆਪਣੇ ਬਚਨ ਕਰ ਕਰਕੇ ਉਚਰੈ, ਉਚਾਰਨ ਕਰਦਾ ਜੀਵ। ਮੁਖ ਦੇ ਬਚਨਾਂ ਦੁਆਰਾ ਚਾਰੇ ਵੇਦ ਵੀ ਉਚਰਦਾ ਹੋਵੇ, ਬੋਲਦਾ ਹੋਵੇ, ਆਗਿਆ ਮਹਿਲ ਨਾ ਪਾਈਐ। ਅਤੇ ਅੱਗੇ ਵਾਹਿਗੁਰੂ ਦੇ ਦਰ 'ਤੇ ਪਰਮਾਤਮਾ ਦੀ ਦਰਗਾਹ ਵਿੱਚ ਜਿਹੜਾ ਮਹਿਲ ਹੈ, ਭਾਵ ਥਾਂ ਹੈ, ਉਹ ਨਹੀਂ ਪ੍ਰਾਪਤ ਕਰਦਾ। ਸਰੂਪ ਰੂਪੀ ਮਹਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਬੂਝੈ ਨਾ ਹੀ ਏਕ ਸੁਧ ਅੱਖਰ, ਇੱਕ ਜਿਹੜਾ ਸ਼ੁੱਧ ਅੱਖਰ ਹੈ ਵਾਹਿਗੁਰੂ ਦੇ ਨਾਮ ਦਾ, ਉਸ ਦੀ ਮਹਾਨਤਾ ਨੂੰ ਜਿਹੜਾ ਨਹੀਂ ਬੁੱਝਦਾ ਸਮਝਦਾ, ਉਹ ਸਗਲੀ ਝਾਖ ਝਖਾਈ ਹੈ। ਉਹ ਸਾਰਾ ਜੋ ਕੁਛ ਬੋਲਦਾ ਹੈ, ਚੌਂ ਵੇਦਾਂ ਦੇ ਬਚਨ ਆਦਿਕ, ਝਖਾਈ ਮਾਰਨ ਵਾਲੀ ਗੱਲ ਹੈ। ਉਹ ਸਗਲੀ ਝਾਕ ਝਖਾਈ, ਵਾਧੂ ਦੀ ਬਕਵਾਸ, ਵਿਅਰਥ ਬੋਲੀ ਜਾਂਦਾ। ਸੋ ਇਸ ਪ੍ਰਕਾਰ ਝਾਕ ਝਖਾਉਣਾ, ਝਖਾਂ ਮਾਰਨੀਆਂ, ਵਿਅਰਥ ਬੋਲਣਾ, ਊਲ ਜਲੂਲ ਐਵੇਂ ਬੋਲੀ ਜਾਂਦਾ। ਨਾਨਕ ਕਹਿ ਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗ੍ਰਾਮੀ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਅਸੀਂ ਤਾਂ ਇਹ ਵਿਚਾਰ ਕਹਿੰਦੇ ਹਾਂ, ਜੋ ਸਿਧਾਂਤ ਕੱਢਿਆ ਵਾਹਿਗੁਰੂ ਦੇ ਸਿਮਰਨ ਦਾ, ਜਿਹੜਾ ਇਹ ਕਮਾ ਲੈਂਦਾ ਹੈ, ਉਹ ਪਾਰ ਗ੍ਰਾਮੀ, ਪਾਰ ਲੰਘਣ ਵਾਲਾ ਬਣ ਜਾਂਦਾ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ। ਮਤਲਬ ਉਹ ਕੀ ਸਿਧਾਂਤ ਹੈ? ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਅਸੀਂ ਤਤ ਨਿਚੋੜ ਇਹ ਵਿਚਾਰ ਦੱਸ ਦਿੱਤਾ, ਜੇ ਕੋਈ ਕਮਾਵੇਗਾ ਤੇ ਪਾਰ ਹੋ ਜਾਏਗਾ। ਆਪਣੇ ਜੀਵਨ ਵਿੱਚ ਕੀ ਕਰੋ? ਗੁਰਾਂ ਦੀ ਟਹਿਲ ਸੇਵਾ ਕਰੋ ਅਤੇ ਨਾਮ ਧਿਆਵੋ, ਵਾਹਿਗੁਰੂ ਦੇ ਨਾਮ ਦਾ ਧਿਆਨ ਧਰੋ, ਨਾਮ ਸਿਮਰੋ, ਅਤੇ ਨਾਲ ਤਿਆਗੋ ਮਨੋ ਗੁਮਾਨੀ।
ਮਨ ਦਾ ਗੁਮਾਨ ਛੱਡ ਕੇ ਸਤਿਗੁਰਾਂ ਦੀ ਸੇਵਾ ਕਰੋ ਤੇ ਸਿਮਰਨ ਕਰੋ, ਫਿਰ ਪਾਰ ਉਤਰ ਜਾਓਗੇ। ਇਹ ਵਿਚਾਰ ਅਸੀਂ ਦੱਸੀ ਹੈ। ਗੌੜੀ ਮਾਲਾ ਪੰਜਵਾਂ। ਸਤਿਗੁਰੂ ਮਹਾਰਾਜ ਦੀ ਸੁਤੰਤਰਤਾ ਹੈ। ਇੱਥੇ ਗੌੜੀ ਰਾਗਣੀ ਮਾਲਾ ਜਾਤੀ ਤੇ ਮਹੱਲਾ ਸ਼ਬਦ ਨਹੀਂ ਲਿਖਿਆ, ਕੇਵਲ 5 ਅੰਕ ਪਾਇਆ। ਮਤਲਬ ਇਹੀ ਹੈ ਕਿ ਪੰਜਵੇਂ ਪਾਤਸ਼ਾਹ ਦਾ ਹੀ ਇਹ ਅਗਲਾ ਸ਼ਬਦ ਹੈ। ਮਾਧੋ ਹਰ 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 ਮੁਖ ਕਹੀਐ। ਹੇ ਮਾਇਆਪਤੀ ਵਾਹਿਗੁਰੂ, ਸਾਡੇ ਤੇ ਤੂੰ ਕਿਰਪਾ ਕਰ ਕਿ ਤੇਰਾ ਜਿਹੜਾ ਹਰ 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 ਨਾਮ ਹੈ, ਹਰੀ 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 ਨਾਮ ਹੈ, ਅਸੀਂ ਮੁਖ ਤੋਂ ਤੇਰਾ ਨਾਮ ਮਨ ਬਾਣੀ ਸਰੀਰ ਕਰਕੇ, ਜੋ ਪਿੱਛੇ ਵੀ ਤੂੰ ਸੀ ਹਰੀ ਦੁੱਖਾਂ ਦਾ ਹਾਰਕ, ਹੁਣ ਵੀ ਅੱਗੇ ਨੂੰ ਵੀ ਤੂੰ ਹੀ ਹੋਏਗਾ। ਇਸ ਕਰਕੇ ਹੇ ਵਾਹਿਗੁਰੂ, ਹੇ ਮਾਇਆਪਤੀ ਪ੍ਰਮਾਤਮਾ, ਸਾਡੇ ਤੇ ਬਖਸ਼ਿਸ਼ ਕਰਕੇ ਹਰ ਸਵਾਸ ਹਰ ਮਿੰਟ ਸਕਿੰਟ ਮਨ ਬਾਣੀ ਸਰੀਰ ਕਰਕੇ ਤੇਰੇ ਨਾਮ ਨੂੰ ਮੁਖ ਤੋਂ ਉਚਾਰਨ ਕਰਦੇ ਰਹੀਏ। ਹਮ ਤੇ ਕਛੂ ਨਾ ਹੋਵੇ ਸੁਆਮੀ। ਹੇ ਵਾਹਿਗੁਰੂ, ਸਾਡੇ ਕੋਲੋਂ ਹੇ ਸੁਆਮੀ ਜੀ ਕੁਝ ਨਹੀਂ ਹੋ ਆਉਂਦਾ, ਅਸੀਂ ਕੁਝ ਨਹੀਂ ਕਰ ਸਕਦੇ। ਜਿਉਂ ਰੱਖੋ ਤਿਉਂ ਰਹੀਏ। ਤੁਸੀਂ ਜਿਵੇਂ ਵੀ ਸਾਨੂੰ ਰੱਖਦੇ ਹੋ ਉਸੇ ਤਰ੍ਹਾਂ ਅਸੀਂ ਰਹਿੰਦੇ ਹਾਂ। ਜਿਸ ਅਵਸਥਾ 'ਚ ਜਿਸ ਭਾਣੇ 'ਚ ਜਿਸ ਤਰ੍ਹਾਂ ਵੀ ਤੁਸੀਂ ਰੱਖਦੇ ਹੋ, ਜਿਉਂ ਰੱਖੋ ਤਿਉਂ ਰਹੀਏ। ਜੇ ਤੁਸੀਂ ਜਿਵੇਂ ਬਚਾਉਂਦੇ ਹੋ ਤਾਂ ਅਸੀਂ ਬਚੇ ਰਹਿ ਸਕਦੇ ਹਾਂ, ਨਹੀਂ ਤਾਂ ਡੁੱਬ ਜਾਵਾਂਗੇ। ਰਹਾਓ ਕਿਆ ਕਿਛ ਕਰੈ ਕਿ ਕਰਨਾ ਹਾਰਾ। ਕੀ ਕੁਛ ਇਸ ਜੀਵ ਨੇ ਕਰਨਾ ਹੈ, ਕੀ ਇਹ ਕਰਨਹਾਰਾ ਹੈ? ਕੁਛ ਕਰਨ ਦੀ ਸਮਰੱਥਾ ਇਹਦੇ ਵਿੱਚ ਹੈ ਨਹੀਂ। ਕਿਆ ਇਸ ਹਾਥ ਵਿਚਾਰੇ। ਇਹ ਜਿਹੜੇ ਵਿਚਾਰੇ ਜੀਵ ਹਨ ਜਾਂ ਇਹ ਵਿਚਾਰਾ ਜੀਵ ਹੈ, ਇਹਦੇ ਹੱਥ ਵਿੱਚ ਕਿਆ ਹੈ ਸੱਚੇ ਪਾਤਸ਼ਾਹ। ਜਿਤ ਤੁਮ ਲਾਭੋ ਤਿਤ ਹੀ ਲਾਗਾ। ਜਿਸ ਪਾਸੇ ਤੁਸੀਂ ਲਾਉਂਦੇ ਹੋ ਉਸੇ ਪਾਸੇ ਲੱਗ ਤੁਰਦਾ। ਪੂਰਨ ਖਸਮ ਹਮਾਰੇ। ਜਿੱਧਰ ਤੁਸੀਂ ਲਾਉਂਦੇ ਉੱਧਰ ਹੀ ਲੱਗਾ ਹੋਇਆ। ਤੁਸੀਂ ਸਾਡੇ ਪੂਰਨ ਵਿਆਪਕ, ਸਾਰੇ ਗੁਣਾਂ ਕਰਕੇ ਪੂਰਨ, ਸ਼ਕਤੀਆਂ ਕਰਕੇ ਪੂਰਨ, ਸਾਡੇ ਸਿਰ ਦੇ ਸਾਈਂ ਖਸਮ ਮਾਲਕ ਹੋ ਸੱਚੇ ਪਾਤਸ਼ਾਹ ਜੀ। ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ। ਇਹ ਸਾਰੇ ਜੀਆਂ ਦੇ ਦਾਤੇ ਵਾਹਿਗੁਰੂ ਜੀ, ਕਿਰਪਾ ਕਰੋ, ਆਪਣੇ ਇੱਕੋ ਇੱਕ ਸਰੂਪ ਵਿੱਚ ਸਾਡੀ ਸੁਰਤ ਨੂੰ ਜੋੜੋ। ਜਿਹੜਾ ਤੁਹਾਡਾ ਸਰੂਪ ਹੈ ਨਾ, ਜੋ ਦੀਸਾ ਸੋ ਤੇਰਾ ਰੂਪ, ਇੰਝ ਜਾਣ ਕੇ ਅਸੀਂ ਆਪਣੀ ਸੁਰਤੀ ਨੂੰ ਤੁਹਾਡੇ 'ਚ ਲਾ ਛੱਡੀਏ, ਇੰਦਰੀਆਂ ਨੂੰ ਏਕਤਾ ਦੇ ਮੁਕਾਮ 'ਚ ਲਈਏ ਤੇ ਸਾਡੀ ਸੁਰਤ ਤੁਹਾਡੇ ਵਿੱਚ ਜੁੜੀ ਰਹੇ। ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੇਰੀ ਹਰੀ ਪਾਸ ਇਹੀ ਬੇਨਤੀ ਹੈ। ਹੇ ਹਰੀ ਜੀ, ਮੇਰੀ ਆਪ ਜੀ ਪਾਸ ਇਹੀ ਬੇਨਤੀ ਆ ਕਿ ਤੁਸੀਂ ਸਾਡੇ ਪਾਸੋਂ ਆਪਣਾ ਨਾਮ ਜਪਾਓ। ਤੁਹਾਡਾ ਨਾਮ ਹੀ ਉਤਕ੍ਰਿਸ਼ਟ ਵਸਤੂ ਹੈ, ਤੁਹਾਡਾ ਨਾਮ ਹੀ ਵੱਡਾ ਕਰਮ ਹੈ, ਕਿਉਂਕਿ ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਜੀ ਨੇ ਜੋ ਪਰਮਾਰਥ ਦਾ ਮਾਰਗ ਦੱਸਿਆ, ਉਹ ਨਾਮ ਦਾ ਮਾਰਗ ਹੈ। ਰਾਗ ਗੌੜੀ ਮਾਝ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗਣੀ ਗੌੜੀ ਹੈ, ਮਾਝ ਇਹ ਵੰਨਗੀ ਹੈ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ। ਜੰਝ ਵੀ ਕਹਿੰਦੇ ਨੇ ਵੀ ਗੌੜੀ ਤੇ ਮਾਝ ਰਲਾ ਕੇ ਇਹ ਸ਼ਬਦ ਗਾਇਨ ਕਰਨ ਦੀ ਆਗਿਆ ਕੀਤੀ ਹੈ ਹਜ਼ੂਰ ਨੇ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਹੈ। ਹਜ਼ੂਰ ਫਰਮਾਉਂਦੇ ਨੇ, ਦੀਨ ਦਇਆਲ ਦਮੋਦਰ ਰਾਇਆ ਜੀਓ। ਦੀਨ ਗਰੀਬਾਂ ਉੱਪਰ ਦਇਆਵਾਨ ਹੋਣ ਵਾਲਾ ਵਾਹਿਗੁਰੂ, ਦਿਆਲੂ ਕਿਰਪਾਲੂ ਹੋਣ ਵਾਲਾ ਵਾਹਿਗੁਰੂ। ਦਮੋਦਰ ਦਾਮ ਉਦਰ, ਇੱਥੋਂ ਇਹ ਸ਼ਬਦ ਬਣਿਆ। ਕ੍ਰਿਸ਼ਨ ਜੀ ਨੂੰ ਗੋਕਲ ਦੀਆਂ ਰੱਸੀਆਂ ਪਾ ਕੇ ਬੰਨ੍ਹ ਦਿੱਤਾ ਸੀ ਉਹਨਾਂ ਦੀ ਮਾਤਾ ਨੇ, ਯਸ਼ੋਦਾ ਨੇ, ਉੱਥੋਂ ਦਮੋਦਰ ਨਾਮ ਪਿਆ। ਅਤੇ ਦਮੋਦਰ ਪਰਮਾਤਮਾ ਦਾ ਵਾਚਕ ਤਾਂ ਵਰਤਿਆ ਜਾਂਦਾ, ਪ੍ਰੀਤ ਰੂਪੀ ਰੱਸੀ ਦੇ ਵਿੱਚ ਆਪਣੇ ਉਦਰ ਪੇਟ ਨੂੰ, ਆਪਣੇ ਆਪ ਨੂੰ ਬਣਾ ਲੈਣ ਵਾਲੇ ਵਾਹਿਗੁਰੂ। ਰਾਇਆ ਰਾਜਾ ਰੂਪ ਵਾਹਿਗੁਰੂ ਜੀਓ। ਕੋਟ ਜਨਾ ਕਰ ਸੇਵ ਲਗਾਇਆ ਜੀਓ। ਕਰੋੜਾਂ ਆਪਣੇ ਜੀਵ ਮਨੁੱਖ ਜਿਹੜੇ ਤੁਸਾਂ ਰਚੇ ਨੇ, ਉਹਨਾਂ ਨੂੰ ਜਨ ਬਣਾ ਕੇ, ਸੇਵਕ ਬਣਾ ਕੇ ਮਹਾਰਾਜ ਜੀ ਤੁਸੀਂ ਆਪਣੀ ਸੇਵਾ 'ਚ ਲਾਇਆ ਹੋਇਆ ਹੈ ਜੀ। ਭਗਤ ਵਸ਼ਲ ਤੇਰਾ ਬਿਰਦ ਰਖਾਇਆ ਜੀਓ। ਤੁਹਾਡਾ ਜਿਹੜਾ ਬਿਰਦ ਹੈ, ਬਿਰਦ ਸ਼ਬਦ ਹੈ ਸੰਸਕ੍ਰਿਤ ਵਿੱਚ, ਉੱਥੋਂ ਬਣਿਆ। ਬਿਰਦ ਦਾ ਅਰਥ ਹੈ ਪੁਰਾਣਾ ਸੁਭਾਅ। ਤੁਹਾਡਾ ਜਿਹੜਾ ਪੁਰਾਤਨ ਸੁਭਾਅ ਹੈ ਨਾ ਸੱਚੇ ਪਾਤਸ਼ਾਹ ਬਿਰਦ, ਉਹ ਹੈ ਭਗਤ ਵਸ਼ਲ। ਭਗਤੀ ਤੁਖ ਦੀਨ ਕਿਰਪਾਲਾ। ਭਗਤਾਂ ਨਾਲ ਵਾਤਸਲ ਪਿਆਰ, ਨਿਰਸ਼ਿਤ ਪਿਆਰ ਕਰਨ ਵਾਲਾ ਜਿਹੜਾ ਤੁਹਾਡਾ ਬਿਰਦ ਹੈ, ਉਹ ਤੁਸੀਂ ਹਮੇਸ਼ਾ ਰਖਾਇਆ ਹੈ ਜੀ, ਕਾਇਮ ਰੱਖਿਆ ਹੈ ਜੀ।
ਪਹਿਲਾਂ ਤੋਂ ਹੀ ਭਗਤਾਂ ਨਾਲ ਤੁਸੀਂ ਪਿਆਰ ਕਰਦੇ ਆਉਂਦੇ ਹੋ, ਹੁਣ ਵੀ ਪੂਰਨ ਸਭਨੀ ਜਾਈ ਜੀਓ। ਹੇ ਵਾਹਿਗੁਰੂ ਜੀਓ, ਸਾਰਿਆਂ ਥਾਵਾਂ 'ਤੇ ਸਾਰੀਆਂ ਜਗ੍ਹਾ ਵਿੱਚ ਤੁਸੀਂ ਪੂਰਨ ਹੋ ਜੀ, ਵਿਆਪਕ ਹੋ, ਸਮਾਏ ਹੋਏ ਹੋ। ਕਿਉ ਪੇਖਾ ਪ੍ਰੀਤਮ ਕਵਣ ਸੋ ਕਰਨੀ ਜੀਓ। ਹੇ ਪ੍ਰੀਤਮ ਅਕਾਲ ਪੁਰਖ ਜੀ, ਉਹ ਕਿਹੜੀ ਸ੍ਰੇਸ਼ਟ ਕਰਨੀ ਹੈ, ਕਿਹੜੇ ਉਹ ਕਰਤੱਵ ਹਨ ਜਿਨ੍ਹਾਂ ਦੁਆਰਾ ਹੈ ਵਾਹਿਗੁਰੂ ਜੀ ਤੁਹਾਡਾ ਦਰਸ਼ਨ ਵੇਖ ਲਵਾਂ। ਸੰਤਾਂ ਦਾਸੀ ਸੇਵਾ ਚਰਣੀ ਜੀਓ। ਤਾਂ ਮੈਂ ਤੁਹਾਡੇ ਜਿਹੜੇ ਸੰਤ ਜਨ ਹੈ ਉਹਨਾਂ ਦੀ ਦਾਸੀ ਬਣ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਮਾਵਾਂ ਜੀ। ਇਹੋ ਜੀਓ ਬਤਾਈ ਬਲ ਬਲ ਜਾਏ ਜੀਓ। ਇਹ ਜਿਹੜਾ ਜੀਵੜਾ ਹੈ, ਮੇਰੀ ਜਿੰਦ ਹੈ, ਇਹ ਵਤਾਈ ਫੇਰਨੇ ਵਾਰਨੇ ਫੇਰਨੇ ਕਰਦਿਆਂ ਬਲਿਹਾਰ ਬਲਿਹਾਰ ਜਾਵਾਂ ਜੀ ਉਹਨਾਂ ਤੋਂ ਮੈਂ। ਸੋ ਤੇਰੇ ਸੰਤ ਜਨਾਂ ਤੋਂ ਬਲਿਹਾਰ ਬਲਿਹਾਰ ਜਾਵਾਂ। ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਜੇ ਕੋਈ ਤੇਰਾ ਸੰਤ ਮਿਲੇ ਤਾਂ ਮਹਾਰਾਜ ਮੈਂ ਨਿਉ ਨਿਉ ਕਿ ਉਹਦੀ ਚਰਨੀ ਲੱਗਾ ਜੀ। ਪੋਥੀ ਪੰਡਤ ਵੇਦ ਖੋਜੰਤਾ ਜੀਓ। ਜਿਹੜਾ ਪੰਡਤ ਵਿਦਵਾਨ ਹੋ ਕੇ ਪੋਥੀਆਂ ਨੂੰ ਵੇਦਾਂ ਨੂੰ ਖੋਜਦਾ ਹੈ, ਹੋਏ ਬੈਰਾਗੀ ਤੀਰਥ ਨਾਵੰਤਾ ਜੀਓ। ਹੇ ਵਾਹਿਗੁਰੂ ਜੀਓ, ਜਿਹੜਾ ਬੈਰਾਗੀ ਹੋ ਕੇ ਆਪਣੇ ਆਪ ਨੂੰ ਬੈਰਾਗੀ ਕਹਾ ਕੇ ਤੀਰਥਾਂ 'ਤੇ ਨਹਾਉਂਦਾ ਹੈ, ਕੋਈ ਪੰਡਤ ਬਣ ਕੇ ਪੋਥੀਆਂ ਨੂੰ ਵੇਦਾਂ ਨੂੰ ਖੋਜਦਾ ਹੈ, ਕੋਈ ਬੈਰਾਗੀ ਖਵਾ ਕੇ ਤੀਰਥਾਂ 'ਤੇ ਨਹਾਉਂਦਾ ਹੈ। ਗੀਤ ਨਾਦ ਕੀਰਤਨ ਗਾਵੰਤਾ ਜੀਓ। ਕੋਈ ਗੀਤ ਗਾਉਂਦਾ ਤੇਰੇ, ਨਾਦ ਸਾਜ਼ ਵਜਾ ਕੇ ਕੀਰਤਨ ਗਾਉਂਦਾ ਹੈ ਜੀ। ਹਰ ਨਿਰਭਉ ਨਾਮ ਧਿਆਈ ਜੀਓ। ਪਰ ਮਹਾਰਾਜ ਮੈਂ ਤਾਂ ਤੇਰੇ ਨਾਮ ਨੂੰ ਧਿਆਉਂਦਾ ਹਾਂ, ਜਿਸ ਨਾਮ ਦੁਆਰਾ ਨਿਰਭਉ ਹੋ ਜਾਈਦਾ। ਜਾਂ ਹੇ ਨਿਰਭਉ ਹਰੀ ਜੀ, ਮੈਂ ਸਿਰਫ ਤੁਹਾਡਾ ਨਾਮ ਹੀ ਧਿਆਉਂਦਾ ਸਿਮਰਦਾ ਹਾਂ ਜੀ। ਭਏ ਕਿਰਪਾਲ ਸੁਆਮੀ ਮੇਰੇ ਜੀਓ। ਮੇਰੇ ਸੁਆਮੀ ਅਕਾਲ ਪੁਰਖ ਜੀ ਇੰਜ ਮੇਰੇ ਤੇ ਕਿਰਪਾਲੂ ਹੋਏ ਹਨ ਜੀ। ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ। ਸਤਿਗੁਰਾਂ ਦੇ ਚਰਨੀ ਲੱਗ ਕੇ ਮੈਂ ਪਤਿਤ ਤੋਂ ਪਵਿੱਤਰ ਹੋ ਗਿਆ। ਮੇਰੇ ਸੁਆਮੀ ਮੇਰੇ ਤੇ ਕਿਰਪਾਲੂ ਹੋਏ, ਮੈਨੂੰ ਸਤਿਗੁਰੂ ਦੀ ਪੈਰੀ ਲਾਤਾ, ਚਰਨੀ ਲਾਤਾ, ਤਾਂ ਮੈਂ ਪਤਿਤ ਤੋਂ ਭ੍ਰਿਸ਼ਟ ਹੋਣ ਤੋਂ ਭ੍ਰਿਸ਼ਟ ਹੋਇਆ ਪਵਿੱਤ ਹੋ ਗਿਆ। ਪਹਿਲਾਂ ਪਤਿਤ ਸੀ, ਇਨਸਾਨੀਅਤ ਤੋਂ ਗਿਰ ਜਾਣ ਦਾ ਨਾਮ ਹੈ ਪਤਿਤ, ਭ੍ਰਿਸ਼ਟ ਹੋ ਜਾਣਾ। ਅਤੇ ਪਵਿੱਤਰ ਸਭ ਤੋਂ ਉੱਪਰਲਾ ਦਰਜਾ ਸਾਫ ਸੁਥਰੇ ਇਨਸਾਨਾਂ ਦੀ। ਮੈਂ ਪਤਿਤ ਤੋਂ ਪਵਿੱਤਰ ਹੋ ਗਿਆ ਸਤਿਗੁਰੂ ਦੇ ਚਰਨੀ ਲੱਗ ਕੇ। ਭਰਮ ਭਉ ਕਾਟ ਕੀਏ ਨਿਰਵੈਰੇ ਜੀਓ। ਔਰ ਮੇਰੇ ਅੰਦਰੋਂ ਭਰਮ ਭ੍ਰਾਂਤੀ ਭਟਕਣਾ ਅਤੇ ਭਉ ਜਿਹੜਾ ਦੁਨਿਆਵੀ ਡਰ ਹੈ, ਬੁਰਾ ਡਰ, ਭੈੜਾ ਡਰ, ਇਹ ਕੱਟ ਕੇ ਮੈਨੂੰ ਨਿਰਵੈਰ ਕਰ ਦਿੱਤਾ ਹੈ ਜੀ ਵਾਹਿਗੁਰੂ ਜੀ ਨੇ। ਗੁਰ ਮਨ ਕੀ ਆਸ ਪੁਰਾਈ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ ਹੈ ਜੀ। ਜਿਨ ਨਾਮ ਪਾਇਆ ਸੋ ਧਨਵੰਤਾ ਜੀ। ਜਿਸ ਨੇ ਸਤਿਗੁਰਾਂ ਦੇ ਪਾਸੋਂ ਵਾਹਿਗੁਰੂ ਜੀ ਦੇ ਨਾਮ ਦੀ ਪ੍ਰਾਪਤੀ ਕੀਤੀ ਹੈ, ਉਹ ਹੀ ਵੱਡਾ ਧਨਾੜ ਹੈ, ਧਨਵਾਨ ਹੈ। ਧਨਵੰਤ ਨਾਮ ਕੇ ਵਣਜਾਰੇ। ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਜਿਨ੍ਹਾਂ ਕੀਤੀ ਹੈ, ਜਿਸ ਨੇ, ਉਹ ਧਨਵੰਤ ਹੈ। ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਸ ਨੇ ਪ੍ਰਭੂ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ, ਉਹੀ ਸੋਭਾ ਵਾਲਾ ਬਣ ਗਿਆ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜਿਸ ਸਾਧੂ ਸੰਗਤ ਤੇ ਸਭ ਸੁਖ ਕਰਨੀ ਜੀਓ। ਜਿਸ ਨੂੰ ਸਾਧੂ ਸਤਿਗੁਰਾਂ ਦੀ, ਸਾਧੂ ਸੁਧਰੇ ਹੋਏ ਮਨ ਵਾਲੇ ਗੁਰਮੁਖਾਂ ਦੀ ਸੰਗਤ ਮਿਲ ਗਈ ਹੈ, ਉਸ ਦੇ ਹੱਥੋਂ ਜੋ ਕੁਝ ਕਰਮ ਹੁੰਦਾ ਸਾਰੀ ਸ੍ਰੇਸ਼ਟ ਕਰਨੀ ਹੀ ਹੈ ਜੀ। ਉਹ ਜੋ ਕੁਛ ਵੀ ਕਰਦਾ ਸ੍ਰੇਸ਼ਟ ਕਰਨੀ ਹੀ ਕਰਦਾ, ਬੁਰਾ ਕਰਮ ਉਹ ਨਹੀਂ ਕਰਦਾ। ਜਨ ਨਾਨਕ ਸਹਿਜ ਸਮਾਈ ਜੀਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਹ ਫਿਰ ਜਨ ਸੇਵਕ ਸਹਿਜ ਗਿਆਨ ਵਿੱਚ, ਮਾਨਸਿਕ ਅਡੋਲਤਾ ਵਿੱਚ ਉਹਦੀ ਲੀਨਤਾ ਹੋ ਜਾਂਦੀ ਹੈ ਜੀ। ਉਹ ਵਾਹਿਗੁਰੂ ਵਿੱਚ ਹੀ ਪਰਮਾਤਮਾ ਦੇ ਗਿਆਨ ਦੁਆਰਾ ਸਮਾ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ ਮਾਝ। ਗੌੜੀ ਰਾਗਣੀ ਅੰਦਰ ਅਤੇ ਮਾਝ ਅੰਦਰ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾ ਰਹੇ ਨੇ। ਆਓ ਪਿਆਰਾ, ਆਓ ਹਮਾਰਾ ਰਾਮ ਪਿਆਰੇ ਜੀਓ। ਹੇ ਪਿਆਰੇ ਰਾਮ ਅਕਾਲ ਪੁਰਖ ਜੀ, ਹਮਾਰਾ ਜਾਨੀ ਸਾਡੇ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ ਹੇ ਰਮੇ ਹੋਏ ਪਿਆਰੇ ਪ੍ਰਮਾਤਮਾ ਜੀ, ਆਓ। ਰੈਣ ਦਿਨ ਸਾਹ ਸਾਹ ਚਤਾਰੇ ਜੀਓ। ਰਾਤ ਦਿਨੇ ਹਰ ਇੱਕ ਸਾਹ ਸਾਹ ਨਾਲ ਮਹਾਰਾਜ ਮੈਂ ਤੁਹਾਨੂੰ ਚਤਾਰਦਾ ਹਾਂ। ਸੰਤ ਦੇਵ ਸੰਦੇਸ਼ਾ ਪੈ ਚਰਨਾਰੇ ਜੀਓ। ਕੋਈ ਐਸੇ ਰੱਬ ਦੇ ਸੰਤ ਮਿਲਣ ਅਤੇ ਮੈਂ ਉਹਨਾਂ ਦੇ ਚਰਨੀ ਪੈ ਕੇ ਤੁਹਾਡੇ ਵਾਸਤੇ ਉਹਨਾਂ ਸੰਤਾਂ ਨੂੰ ਸੁਨੇਹਾ ਦੇਵਾਂ। ਸੰਦੇਸ਼ਾ ਦਿੰਦਾ ਹਾਂ ਵੀ ਵਾਹਿਗੁਰੂ ਨੂੰ ਮੇਰਾ ਸੁਨੇਹਾ ਦਿਓ ਬੇਨਤੀ ਪੂਰਵਕ ਕਿ ਤੁਧ ਬਿਨ ਕਿਤ ਬਿਦ ਤਰੀਆ ਜੀਓ। ਹੇ ਵਾਹਿਗੁਰੂ ਜੀ,
ਤੁਝ ਬਿਨ ਘਰੀ ਨਾ ਜੀਵਨ, ਤ੍ਰਿਗ ਰਹਿਣਾ ਸੰਸਾਰ ਜਿਵੇਂ ਬਚਨਾ। ਤੁਧ ਬਿਨ ਕਿਤ ਬਿਦ ਤਰੀ ਹੈ ਜੀਓ। ਆਪ ਜੀ ਦੀ ਪ੍ਰਾਪਤੀ ਤੋਂ ਬਗੈਰ, ਆਪ ਜੀ ਦੀ ਬਖਸ਼ਿਸ਼ ਤੋਂ ਬਗੈਰ, ਆਪ ਜੀ ਦੇ ਨਾਮ ਤੋਂ ਬਗੈਰ, ਆਪ ਜੀ ਦੇ ਪ੍ਰੇਮ ਤੋਂ ਬਗੈਰ ਕਿਸ ਵਿਧੀ ਨਾਲ ਸੰਸਾਰ ਤੋਂ ਤਰਿਆ ਜਾ ਸਕਦਾ ਜੀ। ਭਾਵ ਕਿਸੇ ਤਰੀਕੇ ਨਾਲ ਨਹੀਂ ਤਰ ਸਕਦੇ। ਸੰਗ ਤੁਮਾਰਾ ਮੈਂ ਕਰੇ ਆਨੰਦਾ ਜੀਓ। ਤੁਹਾਡੀ ਸੰਗਤ ਵਿੱਚ ਤੁਹਾਡੇ ਸਾਥ ਰਹਿ ਕੇ ਮੈਂ ਬੜੇ ਆਨੰਦ ਮਾਣੇ ਹਾਂ ਜੀ। ਵਣ ਤ੍ਰਿਣ ਤ੍ਰਿਭਾਵਨ ਸੁਖ ਪਰਮਾਨੰਦਾ ਜੀਓ। ਹੇ ਸੁਖ ਸਰੂਪ, ਹੇ ਪਰਮ ਆਨੰਦ ਸਰੂਪ ਵਾਹਿਗੁਰੂ ਜੀ, ਸਾਰੇ ਵਣਾਂ ਬਿਰਛਾਂ ਵਿੱਚ, ਤ੍ਰਿਣ ਕੱਖ ਤੀਲਿਆਂ ਵਿੱਚ, ਤਿੰਨਾਂ ਭਵਨਾਂ ਵਿੱਚ ਹੀ ਤੁਸੀਂ ਸਮਾਏ ਹੋਏ ਹੋ। ਵਣ ਬਿਰਛ ਦੀ ਨਿਆਈ ਇਹ ਸਰੀਰ ਹੈ, ਅਤੇ ਤ੍ਰਿਣ ਤੀਲਿਆਂ ਦੀ ਨਿਆਈ ਇੰਦਰੇ ਹਨ। ਸੋ ਇਸ ਪ੍ਰਕਾਰ ਤਿੰਨਾਂ ਭਵਨਾਂ ਦੇ ਵਿੱਚ ਵੀ ਸਾਰਿਆਂ ਜੀਆਂ ਸਰੀਰਾਂ ਅੰਦਰ ਹੈ ਸੁਖ ਸਰੂਪ ਜੀ, ਪਰਮਾਨੰਦ ਸਰੂਪ ਜੀ ਤੁਸੀਂ ਸਮਾਏ ਹੋਏ ਹੋ। ਸੇਜ ਸੁਹਾਵੀ ਇਹ ਮਨ ਬਿਗ ਸੰਦਾ ਜੀਓ। ਜਦੋਂ ਤੁਸੀਂ ਹਿਰਦੇ ਦੀ ਛੇਜ 'ਤੇ ਆਪ ਬਿਰਾਜਮਾਨ ਹੁੰਦੇ ਹੋ ਤਾਂ ਇਹ ਹਿਰਦਾ ਰੂਪੀ ਛੇਜ ਸੋਭਨੀਕ ਬਣ ਜਾਂਦੀ। ਇਹ ਮਨ ਜਿਹੜਾ ਹੈ ਬਿਗਸਦਾ ਹੈ, ਖਿੜਦਾ, ਪ੍ਰਸੰਨ ਹੋ ਜਾਂਦਾ ਹੈ ਜੀ। ਪੇਖ ਦਰਸ਼ਨ ਇਹੋ ਸੁਖ ਲਹੀ ਹੈ ਜੀ। ਆਪ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਇਹ ਜਿਹੜਾ ਆਤਮਿਕ ਸੁਖ ਹੈ ਇਹ ਪ੍ਰਾਪਤ ਕਰ ਲਈਦਾ ਹੈ ਜੀ। ਚਰਨ ਪਖਾਰ ਕਰੀ ਨਿਤ ਸੇਵਾ ਜੀ। ਮੈਂ ਤੁਹਾਡੇ ਸੰਤਾਂ ਦੇ ਚਰਨ ਧੋਵਾਂ, ਨਿਤ ਹੀ ਸੇਵਾ ਕਰਾਂ, ਪੂਜਾ ਅਰਚਾ ਬੰਦਨ ਦੇ, ਅਥਵਾ ਤੁਸੀਂ ਮਹਾਰਾਜ ਦਰਸ਼ਨ ਦਿਓ ਅਤੇ ਤੁਹਾਡੇ ਚਰਨ ਧੋਵਾਂ, ਨਿਤ ਸੇਵਾ ਕਰਾਂ, ਪੂਜਾ ਅਰਚਾ ਬੰਦਨ ਦੇਵਾ ਜੀਓ। ਇਹੋ ਹੀ ਮੇਰੇ ਵਾਸਤੇ ਪੂਜਾ ਹੈ ਅਨੇਕਾਂ ਦੇਵਤਿਆਂ ਦੀ। ਇਹੋ ਅਰਚਨਾ ਸੁਗੰਧੀਆਂ ਆਦਿਕ ਦਾ ਛਿੜਕਾਅ ਫੁੱਲਾਂ ਦੁਆਰਾ ਜਿਹੜੀ ਪੂਜਾ ਕਰਨੀ ਹੈ ਅਤੇ ਦੇਵਤਿਆਂ ਨੂੰ ਬੰਦਨਾ ਨਮਸਕਾਰ ਕਰਨੀ, ਇਹ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਏ। ਜਿਹੜਾ ਤੁਹਾਡੇ ਚਰਨ ਧੋਣੇ, ਤੁਹਾਡੇ ਸੰਤ ਜਨਾਂ ਦੇ, ਗੁਰਾਂ ਦੇ ਚਰਨ ਧੋਣੇ, ਸੇਵਾ ਕਰਨੀ, ਇਹ ਸਭ ਕੁਛ ਇਹਦੇ ਵਿੱਚ ਆ ਜਾਂਦਾ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਮੈਂ ਦਾਸਾਂ ਦਾ ਦਾਸ ਬਣ ਕੇ ਤੁਹਾਡਾ ਨਾਮ ਜਪ ਲਵਾਂ ਜੀ। ਬਿਨੋਂ ਠਾਕੁਰ ਪੈ ਕਹੀ ਹੈ ਜੀ। ਠਾਕੁਰ ਅਕਾਲ ਪੁਰਖ ਪਰਮਾਤਮਾ ਦੇ ਪਾਸ ਮੇਰੀ ਬੇਨਤੀ ਕਹੀ ਜਾਵੇ ਜੀ, ਜਾਂ ਮੈਂ ਬੇਨਤੀ ਕਹਿੰਦਾ ਹਾਂ। ਇਸ਼ ਪੁੰਨੀ ਮੇਰੀ ਮਨ ਤਨ ਹਰਿਆ ਜੀਓ। ਕਹਿੰਦੇ ਮੇਰੀ ਹੁਣ ਇੱਛਾ ਪੂਰੀ ਹੋਈ। ਜੇ ਮੈਂ ਇਹ ਭਾਵਨਾ ਰੱਖੀ, ਰੱਬ ਦੇ ਸੰਤਾਂ ਦੇ ਮਿਲਾਪ ਵਿੱਚ ਰਿਹਾ, ਵਾਹਿਗੁਰੂ ਨਾਲ ਲਗਾ ਰਿਹਾ, ਤਾਂ ਮੇਰੀ ਇੱਛਾ ਪੂਰੀ ਹੋ ਗਈ। ਜਦੋਂ ਇੱਛਾ ਪੂਰੀ ਹੋਈ, ਮਨ ਅਤੇ ਤਨ ਦੋਵੇਂ ਹਰੇ ਭਰੇ ਹੋ ਗਏ। ਕਿਵੇਂ ਹੋਏ ਜੀ? ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀ। ਵਾਹਿਗੁਰੂ ਜੀ ਦੇ ਦਰਸ਼ਨ ਵੇਖਦਿਆਂ ਸਾਰਾ ਦੁੱਖ ਪਰ ਹਰਿਆ, ਤਿਆਗਿਆ ਗਿਆ, ਨਾਸ ਹੋ ਗਿਆ। ਹਰ ਹਰ ਨਾਮ ਜਪੇ ਜਪ ਤਰਿਆ ਜੀ। ਹਰੀ ਹਰੀ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਅਤੇ ਇਸ ਨਾਮ ਨੂੰ ਜਪ ਕੇ ਮੈਂ ਤਰਿਆ ਹਾਂ ਸੰਸਾਰ ਤੋਂ। ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ। ਅਜਰ ਸ਼ਬਦ ਦਾ ਅਰਥ ਇੱਥੇ ਦੋ ਤਰੀਕਿਆਂ ਨਾਲ ਕੀਤਾ। ਜਿੱਥੇ ਜਰ ਨਾ ਆਏ, ਬੁਢੇਪਾ ਨਾ ਆਏ, ਸਦੀਵੀ ਰਹੇ ਜਿਹੜਾ ਸੁੱਖ ਕਾਇਮ। ਇਹ ਸਦੀਵੀ ਰਹਿਣ ਵਾਲਾ ਸੁੱਖ ਅੰਦਰ ਸਹੀ ਦਾ ਹੈ, ਝੱਲੀ ਦਾ ਹੈ। ਅਤੇ ਇਹੋ ਅਜਰ ਨਾਨਕ ਸੁਖ ਸਹੀ ਹੈ ਜੀ। ਜਿਹੜਾ ਆਤਮਿਕ ਸੁਖ ਹੈ ਇਹ ਜਰਨਾ ਬੜਾ ਕਠਿਨ ਹੈ। ਕਹਿੰਦੇ ਪਰ ਗੁਰੂ ਦੀ ਕਿਰਪਾ ਨਾਲ ਇਹ ਸੁਖ ਸਹਿ ਲਈਦਾ ਹੈ, ਸਹਾਰ ਲਈਦਾ, ਮਤਲਬ ਜਰ ਲਈਦਾ ਹੈ। ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਰਾਗਣੀ, ਮਾਝ ਰਾਗਣੀ, ਜਾਂ ਇਹਦੀ ਵੰਨਗੀ ਹੈ ਜਾਂ ਮਾਝ ਰਾਗ ਨਾਲ ਰਲਾ ਕੇ ਗਾਇਨ ਕਰਨ ਦੀ ਆਗਿਆ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਡੇ ਸੱਜਣ ਹੋ ਲੋਕ ਪਰਲੋਕ ਦੇ। ਤੁਸੀਂ ਸਾਡੇ ਮਨ ਦੇ ਮਿੱਤਰ ਹੋ, ਪਿਆਰੇ ਹੋ ਜੀ। ਸੁਣੋ ਸਾਡੀ ਬੇਨਤੀ, ਸੁਣੋ। ਮਨ ਤਨ ਤੇਰਾ ਇਹ ਜੀਓ ਬਹਿਵਾਰੇ ਜੀਓ। ਇਹ ਮਨ ਵੀ ਤੁਹਾਡਾ ਹੈ, ਇਹ ਤਨ ਵੀ ਤੁਹਾਡਾ ਦਿੱਤਾ ਹੋਇਆ। ਜਿਹੜੀ ਜਿੰਦ ਸਾਡੇ ਪਾਸ ਸੱਚੇ ਪਾਤਸ਼ਾਹ, ਇਹਨੂੰ ਵੀ ਤੁਹਾਡੇ ਤੋਂ ਵਾਰਦੇ ਫੇਰਨੇ ਕਰ ਦਈਏ। ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ। ਸਾਡੇ ਸਵਾਸਾਂ ਦੇ ਆਸਰਾ ਰੂਪ ਵਾਹਿਗੁਰੂ ਜੀ, ਪ੍ਰਭੂ ਜੀ, ਸਾਨੂੰ ਭੁੱਲੋ ਨਾ। ਸਾਨੂੰ ਸੱਚੇ ਪਾਤਸ਼ਾਹ ਸਾਡੀ ਬਿਰਤੀ 'ਚੋਂ ਵਿਸਰੋ ਨਾ। ਜਿਵੇਂ ਬੇਨਤੀ ਕੀਤੀ ਜਾਂਦੀ, ਨਾ ਵਿਸਰੋ ਨਾ ਵਿਸਾਰੋ, ਨਾ ਭੁੱਲੋ ਨਾ ਭੁਲਾਓ। ਜਿਵੇਂ ਪ੍ਰੇਮੀ ਬੇਨਤੀ ਕਰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਸਾਡੀ ਸਿਮਰਤੀ, ਸਾਡੀ ਯਾਦ ਵਿੱਚੋਂ ਨਾ ਵਿਸਰ ਜਾਓ। ਸਦਾ ਤੇਰੀ ਸਰਣਾਈ ਜੀਓ। ਅਸੀਂ ਸਦਾ ਵਾਸਤੇ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਹੀ ਹਾਂ ਜੀ। ਜਿਸ ਮਿਲਿਆ ਮਨ ਜੀਵੈ ਭਾਈ ਜੀਓ। ਜਿਸ ਦੇ ਮਿਲਾਪ ਦੁਆਰਾ ਹੈ ਭਾਈ ਜੀ, ਮਨ ਨੂੰ ਆਤਮਿਕ ਜੀਵਨ ਮਿਲਦਾ ਹੈ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ।
ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਵਾਹਿਗੁਰੂ ਵਾਹਿਗੁਰੂ ਨਾਮ ਪ੍ਰਾਪਤ ਹੁੰਦਾ ਹੈ ਜੀ। ਸਭ ਕੁਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ। ਸਭ ਕੁਛ ਪ੍ਰਭੂ ਦਾ ਹੀ ਹੈ ਤੇ ਸਾਰੀਆਂ ਜਗ੍ਹਾ ਵੀ ਪ੍ਰਮਾਤਮਾ ਦੀਆਂ ਹੀ ਹਨ। ਪ੍ਰਭ ਕੋ ਸਦ ਬਲ ਜਾਈ ਜੀਓ। ਪ੍ਰਭੂ ਅਕਾਲ ਪੁਰਖ ਤੋਂ ਸਦ ਬਲਿਹਾਰ, ਸਦਾ ਬਲਿਹਾਰ ਬਲਿਹਾਰ ਸੈਂਕੜੇ ਵਾਰ ਹਮੇਸ਼ਾ ਹਮੇਸ਼ਾ ਬਲਿਹਾਰ ਬਲਿਹਾਰ ਜਾਈਏ ਜੀ। ਇਹੋ ਨਿਧਾਨ ਜਪੈ ਵਡ ਭਾਗੀ ਜੀਓ। ਇਹ ਜੋ ਖਜ਼ਾਨਾ ਹੈ ਨਾ ਵਾਹਿਗੁਰੂ ਜੀ ਨਾਮ ਦਾ, ਇਸ ਨੂੰ ਕੋਈ ਵਡ ਭਾਗੀ ਹੀ ਜਪਦਾ ਹੈ। ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਨਿਰੰਜਨ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ, ਉਸ ਦੇ ਨਾਮ ਵਿੱਚ ਜਿਸ ਦੀ ਇੱਕੋ ਨਾਮ ਵਿੱਚ, ਇੱਕ ਨਿਰੰਜਨ ਦੇ ਨਾਮ ਵਿੱਚ ਜਿਸ ਦੀ ਬਿਰਤੀ ਸੁਰਤੀ ਲੱਗੀ ਹੋਈ ਹੈ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਦੋਂ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਤਾਂ ਸਤਿਗੁਰੂ ਦੇ ਆਖੇ ਲੱਗ ਕੇ ਚੱਲੇ ਤੇ ਆਪਣਾ ਸਭ ਤਰ੍ਹਾਂ ਦਾ ਜੋ ਦੁੱਖ ਸੀ ਵਾਹਿਗੁਰੂ ਤੋਂ ਵਿਛੋੜੇ ਦਾ, ਜੰਮਣ ਮਰਨ ਦਾ, ਜਮਾਂ ਦੇ ਅਧੀਨ ਹੋਣ ਦਾ ਦੁੱਖ, ਇਹ ਸਭ ਮਿਟਾ ਲਿਆ ਹੈ। 8 ਪਹਿਰ ਗੁਣ ਗਾਇਆ ਜੀਓ। ਸਤਿਗੁਰੂ ਪੂਰੇ ਦੀ ਬਖਸ਼ਿਸ਼ ਨਾਲ 8 ਪਹਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। ਹੇ ਵਾਹਿਗੁਰੂ ਜੀ, ਤੁਹਾਡਾ ਜੋ ਨਾਮ ਹੈ ਇਹ ਰਤਨ ਵਾਂਗ ਅਮੋਲਕ ਪਦਾਰਥ ਹੈ। ਇਸ ਦੀ ਕੋਈ ਕੀਮ ਨਹੀਂ ਪਾ ਸਕਦਾ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ। ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਸ਼ਾਹੂਕਾਰ ਹੋ ਤੇ ਸ਼ਾਹੂਕਾਰਾਂ ਦੇ ਕੋਲ ਆ ਕੇ ਵਪਾਰੀ ਵਪਾਰ ਕਰਦੇ ਨੇ। ਭਗਤ ਵਣਜਾਰਾ ਜੀਓ, ਤੁਹਾਡਾ ਜਿਹੜਾ ਭਗਤ ਹੈ ਨਾ, ਸੇਵਕ, ਉਹ ਵਣਜਾਰਾ ਵਪਾਰੀ ਹੈ। ਤੁਸੀਂ ਸੱਚੇ ਸ਼ਾਹੂਕਾਰ। ਉਹ ਆਪਣਾ ਤਨ ਮਨ ਧਨ ਤੁਹਾਨੂੰ ਅਰਪਣ ਕਰਕੇ ਤੁਹਾਡੇ ਪਾਸੋਂ ਤੁਹਾਡੇ ਨਾਮ ਰੂਪੀ ਹੀਰੇ ਨੂੰ ਪ੍ਰਾਪਤ ਕਰਦਾ ਜੀ। ਹਰ ਧਨ ਰਾਸ ਸੱਚ ਵਪਾਰਾ ਜੀਓ। ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਜਿਹੜਾ ਨਾਮ ਰੂਪੀ ਧਨ ਹੈ ਇਹੋ ਹੀ ਭਗਤਾਂ ਵਾਸਤੇ ਰਾਸ ਪੂੰਜੀ ਹੈ। ਸੱਚ ਵਪਾਰ ਇਹੋ ਹੀ ਹੈ। ਸੱਚਾ ਵਪਾਰ ਤੁਹਾਡੇ ਨਾਮ ਰੂਪੀ ਧਨ ਦੀ ਪੂੰਜੀ ਦੁਆਰਾ ਹੀ ਉਹ ਗੁਰਮੁਖ ਕਰਦੇ ਨੇ। ਜਨ ਨਾਨਕ ਸਦ ਬਲਿਹਾਰਾ ਜੀਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਜਨ ਸੇਵਕ ਸਦਾ ਸਦਾ ਵਾਸਤੇ ਤੁਹਾਡੇ ਤੋਂ ਬਲਿਹਾਰ ਕੁਰਬਾਨ ਹੈ ਜੀ। ਰਾਗ ਗੌੜੀ ਮਾਝ ਮਹੱਲਾ 5ਵਾਂ। ਗੌੜੀ ਰਾਗਣੀ ਮਾਝ ਅੰਦਰ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਬਚਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਅਦਵੈਤ ਸਰੂਪ ਵਾਹਿਗੁਰੂ ਜੀ ਹਨ। ਓੰਕਾਰ ਸਾਰਿਆਂ ਜੀਆਂ ਦੇ ਪ੍ਰਕਾਸ਼ਕ ਹਨ। ਸਤ ਚੇਤਨ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ ਜੀ। ਤੂੰ ਮੇਰਾ ਬਹੁ ਮਾਣ ਕਰਤੇ, ਤੂੰ ਮੇਰਾ ਬਹੁ ਮਾਣ। ਹੇ ਕਰਤੇ ਅਕਾਲ ਪੁਰਖ ਜੀ, ਪਿੱਛੇ ਵੀ ਤੁਸੀਂ ਸਾਡਾ ਮਾਣ ਰੂਪ ਸੀ, ਹੁਣ ਵੀ ਸਦਾ ਵਾਸਤੇ ਹੈ ਸੱਚੇ ਪਾਤਸ਼ਾਹ ਤੁਸੀਂ ਸਾਡਾ ਮਾਣ ਰੂਪ ਹੋ। ਹਉ ਮਾਣ ਤਾਣ ਕਰੋ ਤੇਰਾ, ਹਉ ਜਾਨਾ ਆਪਾ। ਸਭ ਹੀ ਮੱਧ ਸਭੈ ਤੇ ਬਾਹਰ, ਬੇਮੋਹਤਾਜ ਬਾਪਾ। ਭਾਵ ਸਾਡਾ ਮਾਣ ਹੋਰ ਕਿਸੇ ਚੀਜ਼ ਤੇ ਨਹੀਂ ਹੈ। ਨਾ ਸਾਨੂੰ ਧਨ ਦਾ ਮਾਣ ਹੈ, ਨਾ ਤਨ ਦਾ ਮਾਣ ਹੈ, ਨਾ ਸੰਪਤੀ ਦਾ ਮਾਣ ਹੈ, ਨਾ ਆਦਮੀਆਂ ਦਾ ਮਾਣ ਹੈ। ਤੁਸੀਂ ਸਾਡਾ ਮਾਣ ਰੂਪ ਹੋ। ਤੁਸੀਂ ਸਾਡਾ ਸਹਾਰਾ ਹੋ। ਸਾਨੂੰ ਟੇਕ ਤੁਹਾਡੇ ਤੇ ਬਹੁਤ ਵੱਡਾ ਮਾਣ ਹੋ ਸਾਡਾ। ਜੋਰ ਤੁਮਾਰਾ ਸੁਖ ਵਸਾ, ਸੱਚ ਸ਼ਬਦ ਨਿਸ਼ਾਨ। ਤੁਹਾਡੇ ਜੋਰ ਬਲ ਦੇ ਆਸਰੇ ਸੱਚੇ ਪਾਤਸ਼ਾਹ ਮੈਂ ਸੁਖ ਦੇ ਵਿੱਚ ਵਸਦਾ ਹਾਂ। ਸੱਚ ਸ਼ਬਦ ਨਿਸ਼ਾਨ। ਤੁਹਾਡਾ ਜਿਹੜਾ ਸ਼ਬਦ ਉਪਦੇਸ਼ ਹੈ ਨਾ, ਤੁਹਾਡਾ ਜਿਹੜਾ ਨਾਮ ਦਾ ਸ਼ਬਦ ਹੈ, ਇਹ ਸਦਾ ਰਹਿਣ ਵਾਲਾ। ਨਿਸ਼ਾਨ ਇਹ ਰਾਹਦਾਰੀ ਹੈ। ਤੁਹਾਡੇ ਦਰ ਤੇ ਪ੍ਰਵਾਨ ਹੋਣ ਵਾਲੀ ਤੁਹਾਡਾ ਸ਼ਬਦ ਰੂਪੀ ਹੀ ਰਾਹਦਾਰੀ ਹੈ। ਇਸੇ ਪ੍ਰਕਾਰ ਸੱਚ ਸ਼ਬਦ ਨਿਸ਼ਾਨ, ਤੁਸੀਂ ਸੱਚ ਸਰੂਪ ਹੋ। ਸ਼ਬਦ ਮਹਾਰਾਜ ਜੀ ਸ਼ਬਦ ਰੂਪ ਹੋ, ਬ੍ਰਹਮ ਹੋ, ਨਿਸ਼ਾਨ ਪ੍ਰਗਟ ਹੋ ਜੀ। ਰਹਾਓ ਸਭੇ ਗੱਲਾਂ ਜਾਤੀਆਂ, ਸੁਣ ਕੇ ਚੁੱਪ ਕੀਆ। ਸਾਰੀਆਂ ਗੱਲਾਂ ਜਾਣੀਆਂ ਹਨ ਲੋਕਾਂ ਦੀਆਂ, ਸੁਣ ਕੇ ਚੁੱਪ ਕਰ ਗਿਆ। ਕਦ ਹੀ ਸੁਰਤ ਨਾ ਲੱਧੀਆ, ਮਾਇਆ ਮੋਹੜਿਆ। ਅਥਵਾ ਜਿਹੜੇ ਲੋਕਾਂ ਨੇ ਗਿਆਨ ਧਿਆਨ ਦੀਆਂ ਸਾਰੀਆਂ ਗੱਲਾਂ ਸੁਣ ਕੇ ਜਾਤੀਆਂ ਸਮਝੀਆਂ ਹਨ ਇਹਨਾਂ ਜੀਆਂ ਨੇ, ਤੇ ਸੁਣ ਕੇ ਕਿਆ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਸੁਣ ਕੇ ਫਿਰ ਇਹ ਚੁੱਪ ਕਰ ਗਿਆ ਜੀ। ਕਦ ਹੀ ਸੁਰਤ ਨਾ ਲੱਧੀਆ, ਕਦੇ ਵੀ ਉਹ ਸੁਰਤ ਨਹੀਂ ਪ੍ਰਾਪਤ ਕੀਤੀ। ਸੁਰਤਾ ਮਨੁੱਖ ਦਾ ਅਰਥ ਹੀ ਹੈ ਸੁਣ ਕੇ, ਧਿਆਨ ਨਾਲ ਸੁਣੇ, ਸਮਝੇ ਤੇ ਕਮਾਏ। ਕੰਨਾਂ ਨਾਲ ਸੁਣਿਆ ਬੜਾ ਕੁਛ ਹੈ,
ਪਰ ਕਦੇ ਇਸ ਪਾਸੇ ਸੁਰਤ ਨਹੀਂ ਲਾਈ, ਕਦੇ ਉਹ ਸੁਰਤ ਨਹੀਂ ਲੱਭੀ। ਮਾਇਆ ਮੋਹੜਿਆ, ਮਾਇਆ 'ਚ ਮੋਹੇ ਹੋਏ ਜੀਵ ਨੇ ਜੋ ਕਰਨਾ ਚਾਹੀਦਾ ਸੀ, ਧਰਮ ਦੇ ਰਾਹ 'ਤੇ ਚੱਲਣਾ ਚਾਹੀਦਾ ਸੀ, ਵਾਹਿਗੁਰੂ ਦੇ ਰਸਤੇ 'ਤੇ ਚੱਲਣਾ ਚਾਹੀਦਾ ਸੀ, ਉਧਰ ਨਹੀਂ ਚੱਲਿਆ। ਦੇ ਬੁਝਾਰਤ ਸਾਰਤਾ ਸੇ ਅੱਖੀ ਡਿਠੜਿਆ। ਜਿਹੜੇ ਲੋਕ ਬੁਝਾਰਤਾਂ ਪਾ ਪਾ ਕੇ ਸੰਤ ਲੋਕ ਉਪਦੇਸ਼ ਦਿੰਦੇ ਨੇ, ਬੁਝਾਉਣ ਵਾਸਤੇ ਬੁਝਾਰਤ ਪਾਈ ਜਾਂਦੀ ਹੈ। ਸਾਰਤਾ ਨਾਮ ਹੈ ਇਸ਼ਾਰਾ, ਇਸ਼ਾਰਿਆਂ ਦੇ ਨਾਲ, ਜਿਵੇਂ ਕਹਿੰਦੇ ਨੇ ਸੰਤ ਰਮਜ ਮਾਰਦੇ, ਰਮਜਾਂ ਦੇ ਨਾਲ। ਸਿੱਖੀ ਡਿਠੜਿਆ, ਉਹਨਾਂ ਸੰਤਾਂ ਨੂੰ ਬੁਝਾਰਤਾਂ ਪਾਉਂਦਿਆਂ, ਇਸ਼ਾਰੇ ਕਰਦਿਆਂ ਅੱਖਾਂ ਨਾਲ ਵੇਖਿਆ ਹੈ। ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ। ਪਰ ਕੋਈ ਜੀਵ ਜਿਹੜਾ ਹੈ ਹੀ ਮੂਰਖ ਤੇ ਲੋਭੀ ਪਦਾਰਥਾਂ ਦਾ, ਉਹ ਰੱਬ ਦੇ ਸੰਤ ਜਨਾਂ ਦਾ ਕਿਹਾ ਹੋਇਆ ਬਚਨ ਮੂਲ ਉੱਕਾ ਹੀ ਨਹੀਂ ਸੁਣਦਾ। ਇੱਕ ਸੌ ਦੋ ਚਹੁੰ ਕਿਆ ਗਣੀ। ਮਾਰੇ ਕਹਿੰਦੇ ਇੱਕ ਕੀ, ਦੋ ਕੀ, ਚਾਰ ਕੀ ਗਿਣਤੀ ਕਰੀਏ ਸੰਸਾਰ ਦੇ ਜੀਆਂ ਦੀ। ਸਭ ਇਕਤ ਸਾਧ ਮੁੱਠੀਏ। ਸਾਰੇ ਸ੍ਰਿਸ਼ਟੀ ਇੱਕ ਜਿਹੜਾ ਸਵਾਦ ਆ ਨਾ ਮਾਇਆ ਦਾ ਮੋਹ, ਉਹਦੇ 'ਚ ਸ੍ਰਿਸ਼ਟੀ ਸਾਰੀ ਮੁੱਠੀ ਲੁੱਟੀ ਗਈ ਆ। ਇੱਕ ਅੱਧ ਨਾਏ ਰੱਸੀ ਅੜਾ। ਇਹ ਸਾਰੀ ਸ੍ਰਿਸ਼ਟੀ ਵਿੱਚੋਂ ਇੱਕ ਅੱਧਾ ਕੋਈ ਐਸਾ ਹੈ ਜੋ ਵਾਹਿਗੁਰੂ ਦੇ ਨਾਮ ਦਾ ਰਸੀਆ ਹੈ। ਕਾ ਵਿਰਲੀ ਜਾਏ ਮੁੱਠੀ। ਕੋਈ ਵਿਰਲੀ ਵਿਰਲੀ ਰੂਹ ਹੈ, ਵਿਰਲੀ ਜਾਏ ਜਗ੍ਹਾ, ਹਿਰਦਾ ਰੂਪੀ ਜਗ੍ਹਾ ਜੋ ਮੁੱਠੀ ਭਾਵ ਵਸੀ ਹੋਈ ਹੈ, ਜਿੱਥੇ ਪਰਮਾਤਮਾ ਦਾ ਨਾਮ ਹੈ ਤੇ ਨਾਮ ਦੀ ਖੇਤੀ ਉਗ ਪਈ ਹੈ। ਜਿਨ੍ਹਾਂ ਘਰਾਂ 'ਚ ਧਨ ਦੌਲਤ ਬਹੁਤਾ ਹੁੰਦਾ, ਕਹਿੰਦੇ ਘਰ ਚੰਗਾ ਵਸਦਾ ਰਸਦਾ। ਕਾ ਵਿਰਲੀ ਜਾਏ ਮੁੱਠੀ। ਕੋਈ ਵਿਰਲੀ ਜਗ੍ਹਾ ਮੁੱਠੀ ਵਸੀ ਹੋਈ ਹੈ, ਬਾਕੀ ਉਜੜੇ ਹੋਏ ਨੇ ਹਿਰਦੇ। ਭਗਤ ਸੱਚੇ ਦਰ ਸੋਹ ਦੇ ਆਨੰਦ ਕਰਹਿ ਦਿਨ ਰਾਤ। ਜਿਹੜੇ ਵਾਹਿਗੁਰੂ ਦੇ ਸੱਚੇ ਭਗਤ ਹਨ, ਪਰਮਾਤਮਾ ਦੇ ਸੱਚੇ ਦਰਬਾਰ ਵਿੱਚ ਉਹ ਸੋਭਾ ਪਾਉਂਦੇ ਨੇ। ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ, ਤੇਰੇ ਭਗਤ ਸੋਹ ਹੈ ਦਰਬਾਰੇ। ਦਿਨੇ ਰਾਤ ਆਨੰਦ ਮਾਣਦੇ ਨੇ। ਰੰਗ ਰੱਤੇ ਪਰਮੇਸ਼ਵਰ ਹੈ। ਪਰਮੇਸ਼ਵਰ ਅਕਾਲ ਪੁਰਖ ਦੇ ਰੰਗ ਵਿੱਚ ਰੱਤੇ ਹੋਏ ਨੇ। ਹੇ ਵਾਹਿਗੁਰੂ, ਤੇਰੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਨੇ। ਜਨ ਨਾਨਕ ਤਿੰਨ ਬਲ ਜਾਤ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਜਨ ਸੇਵਕ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦਾ, ਜਿਹੜੇ ਤੇਰੇ ਰੰਗ ਵਿੱਚ ਰੱਤੇ ਹੋਏ ਨੇ। ਗੌੜੀ ਮਹੱਲਾ ਮਾਝ, ਮਹੱਲਾ ਪੰਜਵਾਂ ਮਾਝ। ਗੌੜੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਮਾਝ ਜਿਸ ਦੇ ਅੰਦਰ ਮਾਝ ਇਹ ਗੌੜੀ ਰਾਗ ਦੀ ਵੰਨਗੀ ਹੋ ਸਕਦੀ ਹੈ, ਜਾਂ ਮਾਝ ਨਾਲ ਰਲਾ ਕੇ, ਕਿਉਂਕਿ ਮਾਝ ਰਾਗ ਵੀ ਹੈ। ਉਸ ਰਾਗ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਦੋਵਾਂ ਰਾਗਾਂ ਸ਼ਬਦ ਗਾਇਆ ਜਾ ਸਕਦਾ, ਗੌੜੀ ਤੇ ਮਾਝ ਰਲਾ ਕੇ ਵੀ ਗਾਇਆ ਜਾ ਸਕਦਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਪ੍ਰੋੜਤਾ ਕੀਤੀ ਹੈ। ਪਿੱਛੇ ਵੀ ਤੁਹਾਡਾ ਨਾਮ ਵਾਹਿਗੁਰੂ ਜੀ ਦੁੱਖਾਂ ਨੂੰ ਭੰਨਣ ਵਾਲਾ ਸੀ, ਤੇ ਅੱਗੇ ਨੂੰ ਵੀ ਜਾਂ ਹੁਣ ਵੀ ਦੁੱਖਾਂ ਨੂੰ ਭੰਨਣ ਵਾਲਾ ਤੇ ਤੁਹਾਡਾ ਨਾਮ ਹੀ ਹੈ। ਜੇ ਕੋਈ ਚਾਹੇ ਵੀ ਮੇਰੇ ਦੁੱਖ ਭੱਜ ਜਾਣ, ਨਾਸ ਹੋ ਜਾਣ, ਤਾਂ ਫਿਰ ਤੁਹਾਡੇ ਨਾਮ ਨਾਲ ਜੁੜੇ ਤਾਂ ਦੁੱਖ ਨਾਸ ਹੋਣਗੇ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਬਖਸ਼ਿਆ ਹੋਇਆ ਗਿਆਨ ਹੈ ਉਹ ਪੂਰਨ ਹੈ। ਪੂਰਨ ਸਤਿਗੁਰੂ ਦਾ ਜੋ ਗਿਆਨ ਹੈ, ਉਹਦੇ ਦੁਆਰਾ ਗਿਆਨ ਉਪਦੇਸ਼ ਹੀ ਹੈ ਸਤਿਗੁਰਾਂ ਦਾ। ਉਹੀ ਗਿਆਨ ਸਤਿਗੁਰਾਂ ਸਾਨੂੰ ਬਖਸ਼ਿਆ ਹੈ ਕਿ ਆਠ ਪਹਿਰ ਆਰਾਧੀ ਹੈ। ਅੱਠੇ ਪਹਿਰ ਹੀ ਅਕਾਲ ਪੁਰਖ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ। ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਜਿਤ ਘਟ ਹਿਰਦੇ ਅੰਦਰ ਪਾਰ ਬ੍ਰਹਮ ਪਰਮਾਤਮਾ ਵਸ ਜਾਂਦਾ ਹੈ, ਉਹੀ ਹਿਰਦਾ ਰੂਪੀ ਥਾਂ ਸੁਹਾਵਾ ਸ਼ੋਭਨੀਕ ਬਣ ਜਾਂਦਾ ਹੈ। ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ। ਭਾਈ ਜੇ ਰਸਨਾ ਦੇ ਨਾਲ ਹਰੀ ਅਕਾਲ ਪੁਰਖ ਦੇ ਗੁਣ ਗਾਈਏ ਤੇ ਜਮ ਧਰਮਰਾਜ ਦੇ ਕੰਕਰ ਜਿਹੜੇ ਸੇਵਕ ਦੂਤ ਨੇ ਨਾ, ਉਹ ਨੇੜੇ ਨਹੀਂ ਆ ਸਕਦੇ। ਧਰਮਰਾਜ ਆਪ ਵੀ ਨਹੀਂ। ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ। ਬਲਕਿ ਇੱਥੋਂ ਤੱਕ ਬਚਨ ਕੀਤੇ ਨੇ ਭਈ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਜੇ ਰੱਬ ਦੇ ਪਿਆਰੇ ਧਰਮਰਾਜ ਦੇ ਦਰਬਾਰ ਚਲੇ ਜਾਣ ਤੇ ਉੱਠ ਕੇ ਭੇਟਾ ਲੈ ਕੇ ਮਿਲਦਾ, ਆਓ ਰੱਬ ਦੇ ਪਿਆਰਿਓ ਤੁਸਾਂ ਘਰ ਪਵਿੱਤਰ ਕਰ ਦਿੱਤਾ, ਮੇਰਾ ਭਵਨ ਪੁਨੀਤ ਕਰ ਦਿੱਤਾ ਹੈ। ਸੋ ਇਸ ਪ੍ਰਕਾਰ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ। ਰਸਨਾ ਜੀਵ ਨਾਲ ਵਾਹਿਗੁਰੂ ਦੇ ਗੁਣ ਗਾਓ, ਫਿਰ ਜਮ ਕੰਕਰ ਨੇੜੇ ਨਹੀਂ ਆਏਗਾ।
ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਅਰਾਧ। ਨਾ ਸੇਵਾ ਕਰਨੀ ਮਹਾਰਾਜ ਮੈਂ ਜਾਣੀ ਹੈ, ਨਾ ਸੁਰਤ ਜੋੜਨੀ ਤੁਹਾਡੇ ਵੱਲ ਜਾਣੀ ਹੈ ਸੱਚੇ ਪਾਤਸ਼ਾਹ। ਸੁਰਤ ਸੁਣਨਾ ਸਮਝਣਾ ਵੀ ਮੈਂ ਨਹੀਂ ਜਾਣਿਆ ਹੈ, ਤੇ ਨਾ ਜਾਪੈ ਅਰਾਧ ਤੁਹਾਡਾ ਆਰਾਧਨ ਕਰਨਾ ਵੀ ਮੈਂ ਨਹੀਂ ਜਾਣਿਆ ਹੈ। ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ। ਸੋ ਜਗਤ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਜੀ, ਹੇ ਮੇਰੇ ਠਾਕੁਰ ਮਾਲਕ ਜੀ, ਹੇ ਅਗੰਮ ਅਪਹੁੰਚ ਵਾਹਿਗੁਰੂ ਜੀ, ਅਗਾਧ ਅਥਾਹ ਸਰੂਪ ਵਾਹਿਗੁਰੂ ਜੀ, ਓਟ ਤੁਹਾਡੀ ਹੈ ਸੱਚੇ ਪਾਤਸ਼ਾਹ, ਮੈਂ ਕੁਛ ਨਹੀਂ ਜਾਣਿਆ ਹੈ। ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ। ਜਦੋਂ ਗੁਸਾਈ ਗੋ ਸ੍ਰਿਸ਼ਟੀ ਧਰਤੀ ਦੇ ਗੁਸਾਈ ਮਾਲਕ ਵਾਹਿਗੁਰੂ ਜੀ ਗੁਸਾਈ ਜੀ ਕਿਰਪਾਲੂ ਦਿਆਲੂ ਹੋਏ ਤਾਂ ਨੱਠੇ ਸੋਗ ਸੰਤਾਪ। ਕੋਈ ਸੋਗ ਫਿਕਰ ਝੋਰਾ ਨਾ ਰਹਿ ਗਿਆ। ਉਹ ਦੁੱਖ ਜਿਹੜੇ ਹਿਰਦੇ ਨੂੰ ਤਪਾਉਂਦੇ ਸੀ ਉਹਨਾਂ ਨੂੰ ਸੰਤਾਪ ਕਿਹਾ ਜਾਂਦਾ ਹੈ। ਦੁੱਖ ਸੋਗ ਕਲੇਸ਼ ਸਭ ਨੱਠ ਗਏ। ਤੱਤੀ ਵਾਓ ਨਾ ਲੱਗੇ ਸਤਿਗੁਰ ਰੱਖਿਆ। ਜਿਨ੍ਹਾਂ ਜੀਆਂ ਨੂੰ ਸੱਚੇ ਗੁਰਾਂ ਨੇ ਆਪ ਰੱਖ ਲਿਆ, ਬਚਾ ਲਿਆ, ਉਹਨਾਂ ਦੇ ਤਾਈਂ ਵਿਕਾਰਾਂ ਆਦਿਕਾਂ ਦੀ, ਜਮਾਂ ਦੀ, ਜੰਮਣ ਮਰਨ ਦੀ ਕੋਈ ਤੱਤੀ ਵਾਹ ਨਹੀਂ ਲੱਗਦੀ ਹੈ। ਗੁਰ ਨਾਰਾਇਣ ਦਈਓ ਗੁਰ। ਹੁਣ ਸਤਿਗੁਰੂ ਦੀ ਮਹਿਮਾ ਕਰ ਰਹੇ ਨੇ ਵੀ ਸਤਿਗੁਰੂ ਨਾਰਾਇਣ ਅਕਾਲ ਪੁਰਖ ਦਾ ਸਰੂਪ ਹਨ। ਦਈਓ ਗੁਰ ਦਿਆਲੂ ਸਰੂਪ ਹਨ ਸਤਿਗੁਰੂ ਸੱਚੇ ਪਾਤਸ਼ਾਹ। ਗੁਰ ਸੱਚਾ ਸਿਰਜਣਹਾਰ। ਤਾਂ ਗੁਰੂ ਉਹ ਹਨ ਜੋ ਸੱਚ ਸਰੂਪ ਪਰਮਾਤਮਾ ਸਿਰਜਣਹਾਰ ਹੈ। ਜਿਵੇਂ ਜਿਵੇਂ ਕਿਹਾ ਗੁਰ ਅਰਜਨ ਸੱਚ ਸਿਰਜਣਹਾਰਾ ਭਾਈ ਗੁਰਦਾਸ ਨੇ। ਸਤਿਗੁਰੂ ਅਰਜਨ ਦੇਵ ਜੀ ਦੀ ਮਹਿਮਾ ਕਰਦਿਆਂ ਕਰਦਿਆਂ ਕਹਿੰਦੇ ਕੀ ਕਹੀਏ, ਆਖਰ ਇਹ ਕਹਿੰਦੇ ਆ ਕਿ ਜਿਹੜਾ ਸੱਚ ਸਰੂਪ ਸਿਰਜਣਹਾਰਾ ਹੈ ਉਹ ਹੀ ਸਤਿਗੁਰੂ ਅਰਜਨ ਦੇਵ ਕਹਾ ਰਿਹਾ। ਗੁਰ ਸੱਚਾ ਸਿਰਜਣਹਾਰ। ਸਤਿਗੁਰੂ ਜੀ ਜੋ ਸੱਚਾ ਅਕਾਲ ਪੁਰਖ ਹੈ, ਸ੍ਰਿਸ਼ਟੀ ਨੂੰ ਸਿਰਜਣ ਵਾਲਾ, ਉਹਦਾ ਹੀ ਸਰਗੁਣ ਰੂਪ ਨੇ। ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ। ਸਤਿਗੁਰੂ ਦੇ ਤੁੱਠਣ ਕਰਕੇ, ਪ੍ਰਸੰਨ ਹੋਣ ਕਰਕੇ ਸਭ ਕੁਛ ਹੀ ਪਾ ਲਿਆ ਹੈ। ਇਸ ਕਰਕੇ ਮੈਂ ਜਨ ਸੇਵਕ ਬਣ ਕੇ ਸਦਾ ਵਾਸਤੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜਿੱਥੇ ਸਤਿਗੁਰੂ ਰੀਝ ਪੈਣ, ਸਤਿਗੁਰੂ ਪ੍ਰਸੰਨਤਾ ਦੇ ਘਰ ਚ ਆ ਜਾਣ, ਉੱਥੇ ਕੋਈ ਦਾਤ ਪਿੱਛੇ ਨਹੀਂ ਰਹਿ ਜਾਂਦੀ। ਸਭ ਕੁਛ ਹੀ ਸੇਵਕ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੋਂ ਤੱਕ ਗੁਰੂ ਕਿਰਪਾ ਸਦਕਾ ਵਿਚਾਰ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।